ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਆਪ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਨਾਮ ਲੱਗੇ ਸੇ ਉਬਰੇ। ਬਿਨ ਨਾਵੇ ਜਮਪੁਰ ਜਾਹੇ। ਨਾਨਕ ਬਿਨ ਨਾਵੇ ਸੁਖ ਨਹੀਂ। ਆਏ ਗਏ ਪਛੁਤਾਹੇ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1415 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਸੰਗਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 23 ਸ਼ਲੋਕਾਂ ਦੀ ਵਿਚਾਰ ਕੱਲ ਔਰ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੀ ਆਰੰਭਤਾ ਕਰਦਿਆਂ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ, ਉਹਦੇ ਵਿੱਚ ਮਾਲਕ ਜੀ ਨੇ ਜ਼ਿਕਰ ਕਰਦਿਆਂ ਦੋ ਤਰ੍ਹਾਂ ਦੇ ਜਿਹੜੇ ਜੀਵ ਨੇ ਉਹਨਾਂ ਦੀ ਬਾਤ ਕੀਤੀ। ਇੱਕ ਉਹ ਨੇ ਜਿਹੜੇ ਭਵਜਲ ਸਾਗਰ ਤੋਂ ਪਾਰ ਲੰਘ ਗਏ, ਤੇ ਇੱਕ ਜੀਵ ਉਹ ਨੇ ਜਿਹੜੇ ਭਵਜਲ ਸਾਗਰ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ
ਆਪਣਾ ਆਪਾ ਪਾਰ ਉਤਾਰ ਲਿਆ, ਜਿਹੜੇ ਉੱਭਰ ਗਏ, ਜਿਹੜੇ ਬਚ ਗਏ, ਉਹ ਕਿਵੇਂ ਬਚੇ? ਫਿਰ ਉਹਨਾਂ ਦਾ ਬਚਣ ਦਾ ਜੋ ਕਾਰਨ ਸੀ ਉਹ ਕਾਰਨ ਸਤਿਗੁਰੂ ਦੱਸਦੇ। ਤੇ ਜਿਹੜੇ ਡੁੱਬੇ ਨੇ ਉਹਨਾਂ ਦੇ ਡੁੱਬਣ ਦਾ ਰੀਜ਼ਨ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਦੱਸਿਆ ਵੀ ਆਹ ਕਾਰਨ ਹੈ, ਇਸ ਕਰਕੇ ਇਹ ਭਵਜਲ ਸਾਗਰ ਵਿੱਚ ਡੁੱਬ ਗਏ। ਜਦੋਂ ਆਪਾਂ ਸੰਸਾਰਕ ਤੌਰ ਤੇ ਵੀ ਕਿਸੇ ਪਾਣੀ ਦੇ ਸੋਮੇ ਦੀ ਗੱਲ ਕਰਦੇ ਹਾਂ ਤੇ ਉਸ ਪਾਣੀ ਦੇ ਸੋਮੇ ਵਿੱਚ ਵੀ ਦੋ ਤਰ੍ਹਾਂ ਦੇ ਪਰਸਨ ਨੇ, ਜਿਹੜੇ ਤਰਨ ਵਾਲੇ ਨੇ ਤੇ ਜਿਹੜੇ ਡੁੱਬਣ ਵਾਲੇ ਨੇ। ਹੁਣ ਜਿਹੜਾ ਤੈਰਦਾ ਉਹਦੇ ਤੈਰਨ ਦਾ ਵੀ ਕੋਈ ਕਾਰਨ ਹੈ ਤੇ ਜਿਹੜਾ ਡੁੱਬਦਾ ਉਹਦੇ ਡੁੱਬਣ ਦਾ ਵੀ ਕੋਈ ਕਾਰਨ ਹੈ। ਹੁਣ ਤੈਰਨ ਵਾਲੇ ਦੇ ਤੈਰਨ ਦਾ ਕਾਰਨ ਹੈ ਵੀ ਉਹਨੂੰ ਤੈਰਨਾ ਆਉਂਦਾ ਹੈ, ਜਾਂ ਉਹਨੂੰ ਕਿਸੇ ਨਾ ਕਿਸੇ ਸਹਾਰੇ ਨੂੰ ਪਕੜਿਆ, ਉਹਨੇ ਕਿਸੇ ਨਾ ਕਿਸੇ ਆਸਰੇ ਨੂੰ ਲਿਆ ਤੇ ਉਹ ਪਾਰ ਲੰਘ ਗਿਆ। ਹੁਣ ਜਿਹੜਾ ਡੁੱਬ ਰਿਹਾ ਉਹਦੇ ਡੁੱਬਣ ਦਾ ਕਾਰਨ ਹੈ ਵੀ ਉਹਨੂੰ ਤੈਰਨਾ ਨਹੀਂ ਆਇਆ, ਤੇ ਦੂਜੀ ਗੱਲ ਨਾ ਹੀ ਉਹਨੂੰ ਕੋਈ ਐਸਾ ਸਹਾਰਾ ਮਿਲਿਆ, ਆਸਰਾ ਮਿਲਿਆ ਜਿਹਨੂੰ ਲੈ ਕੇ ਉਹ ਪਾਰ ਲੰਘ ਸਕਦਾ, ਉਹ ਤੈਰ ਸਕਦਾ। ਆਹ ਡੁੱਬਣ ਦਾ ਕਾਰਨ ਹੈ ਤੇ ਇੱਕ ਪਾਸੇ ਤਰ ਜਾਣ ਦਾ ਕਾਰਨ ਹੈ ਵੀ ਉਹਨੂੰ ਤੈਰਨਾ ਆਉਂਦਾ ਸੀ, ਉਹਨੇ ਕਿਸੇ ਨਾ ਕਿਸੇ ਸਹਾਰੇ ਨੂੰ ਲਿਆ ਤੇ ਉਹ ਪਾਰ ਲੰਘ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਭਵਜਲ ਸਾਗਰ ਦੀ ਗੱਲ ਕੀਤੀ ਵੀ ਇਹ ਭਵਜਲ ਸਾਗਰ ਹੈ, ਸਮੁੰਦਰ ਹੈ। ਇਹਦੇ ਵਿੱਚ ਜੀਵ ਡੁੱਬ ਵੀ ਰਹੇ ਨੇ ਤੇ ਇਹਦੇ ਵਿੱਚੋਂ ਤੈਰ ਵੀ ਰਹੇ ਨੇ, ਪਰ ਬਹੁਤਾਤ ਗਿਣਤੀ ਉਹਨਾਂ ਦੀ ਆ ਜਿਹੜੇ ਡੁੱਬਣ ਵਾਲੇ ਨੇ, ਬਹੁਤ ਘੱਟ ਗਿਣਤੀ ਹੈ ਉਹਨਾਂ ਦੀ ਜਿਹੜੇ ਇਸ ਭਵਜਲ ਸਾਗਰ ਤੋਂ ਪਾਰ ਲੰਘਦੇ ਨੇ। ਜਿਵੇਂ ਆਪਾਂ ਕਹਿ ਲਈਏ ਵੀ ਸੰਸਾਰਕ ਤੌਰ ਤੇ ਜਿਹੜਾ ਪਾਣੀ ਦਾ ਸੋਮਾ ਨਦੀ ਹੈ ਜਾਂ ਨਹਿਰ ਹੈ ਜਾਂ ਕੋਈ ਦਰਿਆ ਹੈ, ਉਹਦੇ ਵਿੱਚ ਬਹੁਤ ਘੱਟ ਗਿਣਤੀ ਹੈ ਜਿਹੜੇ ਡੁੱਬਦੇ ਨੇ, ਬਹੁ ਗਿਣਤੀ ਉਹਨਾਂ ਦੀ ਹੈ ਜਿਹੜੇ ਪਾਰ ਲੰਘ ਜਾਂਦੇ ਨੇ। ਪਰ ਭਵਜਲ ਸਾਗਰ ਵਿੱਚ ਬਿਲਕੁਲ ਇਹਦੇ ਤੋਂ ਆਪੋਜ਼ਿਟ ਹੈ, ਇਹਦੇ ਵਿੱਚ ਬਹੁ ਗਿਣਤੀ ਆ ਜਿਹੜੇ ਡੁੱਬ ਰਹੇ ਨੇ ਤੇ ਇਹਦੇ ਚ ਬੜੀ ਘੱਟ ਗਿਣਤੀ ਉਹਨਾਂ ਦੀ ਹੈ ਜਿਹੜੇ ਤੈਰ ਰਹੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ, ਤੇ ਮਾਲਕ ਜੀ ਨੇ ਬੜਾ ਪਿਆਰਾ ਇੱਕ ਉਪਦੇਸ਼ ਬਖਸ਼ਿਸ਼ ਕੀਤਾ, ਜਿੱਥੇ ਸਤਿਗੁਰੂ ਜੀ ਆਖਦੇ, ਕਹਿੰਦੇ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਕਈ ਡੁੱਬ ਗਏ, ਕੋਈ ਗਿਣਤੀ ਨਹੀਂ ਉਹਨਾਂ ਦੀ। ਸਤਿਗੁਰੂ ਨੇ ਇਹ ਆਖਿਆ, ਕਹਿੰਦੇ ਹਮ ਦੇਖਾ ਤਾਂ ਡੂਬੀ ਹਲੇ, ਬੜੇ ਡੁੱਬੇ ਜਿਨ੍ਹਾਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਤੇ ਉਹ ਡੁੱਬਦਿਆਂ ਨੂੰ ਵੇਖ ਕੇ ਫਿਰ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕੀਤਾ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਵੀ ਤੂੰ ਆਪਣੀਆਂ ਅੱਖਾਂ ਦੇ ਨਾਲ ਡੁੱਬਦੇ ਵੇਖ ਚੁੱਕਿਆ। ਕਈ ਨੇ ਜਿਹੜੇ ਸੰਸਾਰ ਭਵਜਲ ਸਾਗਰ ਵਿੱਚ ਡੁੱਬ ਗਏ, ਪਰ ਹੁਣ ਖਿਆਲ ਕਰ, ਉਹਨਾਂ ਦੇ ਡੁੱਬਣ ਦਾ ਕੋਈ ਨਾ ਕੋਈ ਕਾਰਨ ਸੀ, ਉਹ ਤਾਂ ਡੁੱਬ ਗਏ। ਤੂੰ ਆਪਣੇ ਵੱਲ ਝਾਤ ਮਾਰ ਕੇ ਵੇਖ, ਕਿਤੇ ਤੇਰੀ ਗਿਣਤੀ ਉਹਨਾਂ ਡੁੱਬਣ ਵਾਲਿਆਂ ਵਿੱਚ ਨਾ ਹੋਣ ਲੱਗ ਜਾਏ, ਜਾਂ ਤੇਰੀ ਗਿਣਤੀ ਉਹਨਾਂ ਵਿੱਚ ਨਾ ਆ ਜਾਏ ਜਿਹੜੇ ਭਵਜਲ ਸਾਗਰ ਵਿੱਚ ਡੁੱਬ ਗਏ। ਤੂੰ ਆਪਣੀ ਗਿਣਤੀ ਨੂੰ ਉਹਨਾਂ ਵਿੱਚ ਲੈ ਕੇ ਆ ਜਿਹੜੇ ਭਵਜਲ ਸਾਗਰ ਤਰਨ ਵਾਲੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਲਾਹਾ ਖੱਟਿਆ, ਲਾਭ ਖੱਟਿਆ ਤੇ ਲਾਹਾ ਪ੍ਰਾਪਤ ਕਰਕੇ ਸੰਸਾਰ ਸਮੁੰਦਰ ਜਿਹੜੇ ਪਾਰ ਕਰ ਗਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕਰਦੇ ਆ, ਸਭ ਤੋਂ ਪਹਿਲਾਂ ਆਖਿਆ, ਕਹਿੰਦੇ ਨਾਮ ਲੱਗੇ ਸੇ ਉਬਰੇ, ਬਿਨ ਨਾਵੇਂ ਜਮਪੁਰ ਜਾਹੇ। ਜਿਹੜੇ ਨਾਮ ਨਾਲ ਲੱਗੇ ਉਹ ਉਬਰ ਗਏ, ਉਹ ਬਚ ਗਏ। ਬਿਨ ਨਾਵੇਂ, ਜਿਨ੍ਹਾਂ ਕੋਲ ਨਾਮ ਨਹੀਂ ਸੀ, ਜਮਪੁਰ ਜਾਹੇ, ਉਹ ਜਮਾਂ ਦੀ ਫਾਹੀ ਵਿੱਚ ਪੈ ਗਏ। ਜੰਮਣ ਮਰਨ ਦਾ ਗੇੜ ਹੈ, ਜਿਹਨੂੰ ਮਾਲਕ ਜੀ ਕਹਿੰਦੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ਼ ਲੰਮੈ। ਜੰਮਦਾ ਮਰ ਜਾਂਦਾ, ਮਰਦਾ ਫਿਰ ਜੰਮ ਪੈਂਦਾ, ਇਸੇ ਸਜ਼ਾ ਦੇ ਵਿੱਚ ਜੀਵ ਤੁਰਿਆ ਫਿਰਦਾ ਹੈ।
ਇਹੋ ਕਾਰਨ ਹੈ ਕਿ ਭਗਤ ਰਵਿਦਾਸ ਜੀ ਨੂੰ ਕਹਿਣਾ ਪਿਆ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬੜੀ ਲੰਮੀ ਵਿਛੋੜੇ ਦੀ ਘੜੀ ਹੈ, ਬੜਾ ਸਮਾਂ ਜਿਹੜਾ ਉਹਦੇ ਤੋਂ ਬਿਨਾਂ ਗੁਜ਼ਾਰਿਆ ਜਾਂ ਉਹਦੇ ਤੋਂ ਵਿਛੜ ਕੇ ਆਪਣਾ ਸਮਾਂ ਗੁਜ਼ਾਰਿਆ। ਪਰ ਭਗਤ ਜੀ ਕਹਿੰਦੇ ਵੀ ਹੁਣ ਨਹੀਂ ਅਕਾਲ ਪੁਰਖ ਜੀ, ਹੁਣ ਚਾਹੁੰਨਾ ਕਿ ਆ ਜਨਮ ਤੁਹਾਡੇ ਲੇਖੇ ਵਿੱਚ ਲੱਗ ਜਾਏ, ਕਿਉਂਕਿ ਕਹਿ ਰਵਿਦਾਸ ਆਸ ਲੱਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬੜਾ ਸਮਾਂ ਲੰਘ ਚੁੱਕਿਆ ਔਰ ਜਿੰਨਾ ਵੀ ਸਮਾਂ ਗੁਜ਼ਰਿਆ ਨਾ, ਉਹ ਸਾਰੇ ਦੇ ਸਾਰੇ ਸਮੇਂ ਵਿੱਚ ਇੱਕ ਖੌਫ ਬਣਿਆ ਰਿਹਾ ਕਿ ਭਵ ਜਲ ਸਾਗਰ 'ਚ ਡੁੱਬ ਨਾ ਜਾਵਾਂ। ਤਰਨਾ ਤੇ ਉਹਨਾਂ ਨਹੀਂ ਹੈ ਜਿਨ੍ਹਾਂ ਨੇ ਸਹਾਰਾ ਲੈਣਾ, ਪਾਰ ਤੇ ਉਹਨਾਂ ਨੇ ਹੀ ਲੰਘਣਾ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ। ਤੇ ਖਿਆਲ ਕਰਿਓ, ਸੰਸਾਰਕ ਤੌਰ ਤੇ ਉਹ ਪਾਰ ਲੰਘ ਜਾਂਦੇ ਨੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ, ਪਰ ਆਹ ਸਾਗਰ ਐਸਾ, ਇੱਥੇ ਤੈਰਨ ਵਾਲੇ ਵੀ ਡੁੱਬ ਜਾਂਦੇ ਨੇ। ਇੱਥੇ ਤੇ ਇੱਕੋ ਹੀ ਹੈ ਜਿਹੜਾ ਤਰਨ ਔਰ ਤਾਰਨ ਦੇ ਸਮਰੱਥ ਹੈ, ਜਿਹੜਾ ਆਪ ਵੀ ਤਰਦਾ ਤੇ ਹੋਰਨਾਂ ਨੂੰ ਤਾਰਨ ਦੀ ਸਮਰੱਥਾ ਰੱਖਦਾ, ਉਹ ਕੋਈ ਬਹੁਤੇ ਨਹੀਂ। ਸਤਿਗੁਰੂ ਨੇ ਬਾਣੀ ਅੰਦਰ ਜਦੋਂ ਜ਼ਿਕਰ ਕੀਤਾ, ਜਾਂ ਤੇ ਅਕਾਲ ਪੁਰਖ ਪਰਮੇਸ਼ਵਰ ਦਾ ਜ਼ਿਕਰ ਕੀਤਾ ਤੇ ਜਾਂ ਫਿਰ ਗੁਰੂ ਦਾ ਜ਼ਿਕਰ ਕਰਦੇ ਵੀ ਇੱਕ ਗੁਰੂ ਹੈ ਜਿਹੜਾ ਇਸ ਭਵਜਲ ਸਾਗਰ ਤੋਂ ਤਰਿਆ ਤੇ ਉਹ ਆਪਣੇ ਸਿੱਖਾਂ ਨੂੰ ਤਾਰਨ ਦੇ ਸਮਰੱਥ ਹੈ, ਉਹਨਾਂ ਨੂੰ ਤਾਰ ਲੈਂਦਾ। ਜਾਂ ਖਿਆਲ ਕਰਿਓ, ਕਿਉਂਕਿ ਮੈਂ ਪਹਿਲੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਟਾਵੇਂ ਨੇ, ਵਿਰਲੇ ਨੇ ਜਿਹੜੇ ਇਸ ਭਵਜਲ ਸਾਗਰ 'ਚੋਂ ਪਾਰ ਲੰਘਦੇ ਨੇ। ਤੇ ਜਿਹੜੇ ਪਾਰ ਲੰਘੇ, ਜੇ ਅਸੀਂ ਉਹਨਾਂ ਨੂੰ ਵੇਖ ਕੇ ਪਾਰ ਲੰਘਣਾ ਚਾਹੁੰਦੇ ਆ, ਤੇ ਇੱਕ ਬਾਤ ਆਪਣੇ ਜ਼ਿਹਨ ਵਿੱਚ ਰੱਖਣੀ ਪਏਗੀ, ਜੋ ਉਹਨਾਂ ਦੇ ਪਾਏ ਪੂਰਨੇ ਨੇ ਨਾ, ਉਹਨਾਂ ਪਾਏ ਪੂਰਨਿਆਂ ਤੇ ਚੱਲਣਾ ਪਏਗਾ। ਹੋ ਸਕਦਾ ਭਵਜਲ ਸਾਗਰ ਪਾਰ ਲੰਘ ਜਾਈਏ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ ਬਾਣੀ ਦੇ ਅੰਦਰ। ਮਲਕ ਜੀ ਕਹਿੰਦੇ, ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਓ। ਹੁਣ ਪਾਏ ਪੂਰਨਿਆਂ ਉੱਤੇ ਨਾ ਚੱਲੀਏ ਤੇ ਹਾਲਾਤ ਐਸੇ ਹੀ ਬਣਨਗੇ। ਹੰਸਾਂ ਨੇ ਤੇ ਤੈਰ ਜਾਣਾ ਸੀ, ਉਹਨਾਂ ਨੂੰ ਤੈਰਦਿਆਂ ਵੇਖ ਲਿਆ, ਵੇਖ ਕੇ ਬਗਲਾ ਵੀ ਚਾਅ 'ਚ ਆ ਗਿਆ ਵੀ ਮੈਂ ਵੀ ਤਰ ਜਾਣਾ। ਜੇ ਇਹ ਪਾਰ ਲੰਘ ਗਿਆ ਤੇ ਫਿਰ ਮੇਰਾ ਕੀ, ਮੇਰੇ ਵਿੱਚ ਕੀ ਕਮੀ ਹੈ, ਜਾਂ ਮੈਂ ਕਿਉਂ ਨਹੀਂ ਪਾਰ ਲੰਘ ਸਕਦਾ। ਹੁਣ ਉਹਨਾਂ ਨੂੰ ਵੇਖ ਕੇ ਬਗਲਾ ਚਾਅ 'ਚ ਆ ਗਿਆ। ਜਦੋਂ ਚਾਅ 'ਚ ਆਇਆ, ਉਤਸ਼ਾਹ ਵਿੱਚ ਆਇਆ, ਤੇ ਉਹ ਉਤਸ਼ਾਹ 'ਚ ਆ ਕੇ ਉਹ ਵੀ ਅਗਾਂਹ ਤੁਰ ਪਿਆ ਵੀ ਲੰਘ ਜਾਣਾ। ਤੁਰ ਕੇ ਹੀ ਪਾਰ, ਕਿੱਡਾ ਸੁਖਾਲਾ ਜਿਹਾ, ਮੇਰੇ ਸਾਹਮਣੇ ਕਿੰਨੇ ਲੰਘ ਗਏ। ਹੁਣ ਪਤਾ ਨਹੀਂ ਸੀ ਨਾ ਵੀ ਉਹਨਾਂ ਦਾ ਜੀਵਨ ਕਿੱਦਾਂ ਦਾ ਹੈ, ਇਸ ਗੱਲ ਦੀ ਸੋਝੀ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਆਕਾਰ ਮੇਰੇ, ਉਹਨਾਂ ਦਾ ਰੂਪ ਮੇਰੇ ਵਰਗਾ, ਉਹਨਾਂ ਦਾ ਆਕਾਰ ਵੇਖਣ ਨੂੰ ਮੇਰੇ ਵਰਗਾ ਹੈ, ਪਰ ਉਹ ਬੜੇ ਚੰਗੇ ਗੁਣਾਂ ਦੇ ਮਾਲਕ ਨੇ ਤੇ ਉਹਨਾਂ ਦੀ ਬਣਤਰ ਰੱਬ ਨੇ ਹੋਰ ਢੰਗ ਨਾਲ ਬਣਾਈ ਹੈ। ਮੇਰੀ ਬਣਤਰ ਹੋਰ ਢੰਗ ਨਾਲ ਹੈ, ਰੱਬ ਨੇ ਉਹਨਾਂ ਦੀ ਬਣਤਰ ਹੀ ਐਸੀ ਬਣਾਈ ਕਿ ਉਹ ਸਮੁੰਦਰ ਚੋਂ ਪਾਰ ਲੰਘ ਸਕਣ। ਮੇਰੀ ਬਣਤਰ ਐਸੀ ਨਹੀਂ ਹੈ ਵੀ ਮੈਂ ਲੰਘ ਸਕਾਂ। ਤੇ ਹੁਣ ਜਦੋਂ ਬੱਗਾ ਪੇ ਆਇਆ ਚਾਓ, ਚਾਹ ਵਿੱਚ ਆ ਕੇ ਅੱਗੇ ਤੁਰ ਪਿਆ, ਹੋਇਆ ਕਿ ਡੁੱਬ ਮੂਏ ਬੱਗ ਬੱਪੁੜੇ ਸਿਰ ਤਲ ਉੱਪਰ ਪਾਉ। ਹੁਣ ਤੁਰਿਆ ਜਾਂਦਾ, ਅਗਾਂਹ ਜਾਂਦਾ, ਜਿੱਥੇ ਆ ਕੇ ਪਾਣੀ ਡੂੰਘਾ ਹੋਣ ਲੱਗਾ ਉੱਥੇ ਹੀ ਜਾ ਕੇ ਡੁੱਬ ਗਿਆ। ਡੁੱਬਿਆ ਵੀ ਇਸ ਢੰਗ ਨਾਲ, ਸਤਿਗੁਰੂ ਕਹਿੰਦੇ ਸਿਰ ਤਲ, ਸਿਰ ਹੇਠਾਂ ਨੂੰ, ਉੱਪਰ ਪਾਉ, ਪੈਰ ਉਤਾਂ ਨੂੰ ਹੋ ਗਏ। ਹੁਣ ਨਹੀਂ ਬਚਾ ਸਕਦਾ ਕੋਈ। ਅਸੀਂ ਅਸਲ ਦੇ ਵਿੱਚ ਨਾ, ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਪੜਾਂਗੇ ਨਾ, ਤੇ ਮਾਲਕ ਪਾਤਸ਼ਾਹ ਨੇ ਜਪਜੀ ਵਿੱਚ ਹੀ ਇਸ ਗੱਲ ਦਾ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਵੀ ਆਕਾਸ਼ 'ਚ ਉੱਡਦੇ ਪੰਛੀਆਂ ਨੂੰ ਵੇਖ ਕੇ ਤੇ ਕੀੜੇ ਧਰਤੀ ਤੇ ਰੇਂਗੇ ਜਾਂਦੇ, ਉਹਨਾਂ ਨੂੰ ਰੀਸ ਪੈ ਗਈ ਵੀ ਜੇ ਆ ਉੱਡ ਸਕਦੇ ਤੇ ਸਾਨੂੰ ਕੀ ਹੋਇਆ, ਅਸੀਂ ਵੀ ਉੱਡ ਜਾਣਾ। ਹੁਣ ਉਹ ਆਕਾਸ਼ ਵਿੱਚ ਉੱਡਣ ਵਾਲਿਆਂ ਦੀ ਬਣਤਰ ਰੱਬ ਵੱਲੋਂ ਇਸ ਢੰਗ ਨਾਲ ਬਣਾਈ ਗਈ ਹੈ ਵੀ ਉਹ ਆਸਾਨੀ ਨਾਲ ਉੱਡ ਸਕਦੇ ਨੇ। ਰੱਬ ਨੇ ਉਹਨਾਂ ਨੂੰ ਖੰਭ ਲਾਏ, ਉਹਨਾਂ ਨੂੰ ਪੰਖ ਲਾਏ ਨੇ ਰੱਬ ਨੇ, ਉਹ ਪੰਖਾਂ ਦੇ ਸਹਾਰੇ ਤੇ ਉੱਡਦੇ ਨੇ।
ਤੇ ਹੁਣ ਜਿਹੜਾ ਧਰਤੀ ਤੇ ਰੇਂਗਣ ਵਾਲਾ ਕੀੜਾ ਉਹ ਆਕਾਸ਼ 'ਚ ਉੱਡਣ ਦੀ ਆਸ ਲਾ ਕੇ ਬਹਿ ਜਾਏ ਤੇ ਕਿੱਡੀ ਕੁ ਉਹਦੀ ਸਿਆਣਪ ਮੰਨਾਂਗੇ ਆਪਾਂ। ਮੂਰਖਤਾ ਹੀ ਆਖਾਂਗੇ ਵੀ ਧਰਤੀ ਤੇ ਤੁਰਨ ਵਾਲਾ, ਧਰਤੀ ਤੇ ਰੇਂਗਣ ਵਾਲਾ, ਇਹਦੇ ਤੋਂ ਚੱਜ ਨਾਲ ਚੰਗੇ ਤਰੀਕੇ ਨਾਲ ਧਰਤੀ ਤੇ ਰੇਂਗਿਆ ਨਹੀਂ ਜਾਂਦਾ ਤੇ ਆਕਾਸ਼ 'ਚ ਉੱਡਣ ਦੀਆਂ ਆਸਾਵਾਂ ਲਾ ਕੇ ਬੈਠਾ। ਉਹ ਧਰਤੀ ਤੇ ਰੇਂਗਣ ਵਾਲਾ ਜਿਹੜਾ ਕੀੜਾ ਹੈ ਉਹ ਹਵਾ ਚੱਲ ਪਏ ਤੇ ਉਹ ਉੱਥੇ ਹੀ ਉੱਡਿਆ ਫਿਰਦਾ। ਉਹ ਹਵਾ ਦੇ ਬੁੱਲੇ ਨਾਲ ਕਦੇ ਕਿਸੇ ਪਾਸੇ ਨੂੰ ਜਾਂਦਾ ਤੇ ਕਦੇ ਕਿਸੇ ਪਾਸੇ ਨੂੰ। ਜੇ ਆਕਾਸ਼ 'ਚ ਉੱਡਣ ਦੀ ਬਾਤ ਆ ਜਾਏ ਤੇ ਹਾਲਾਤ ਕੈਸੇ ਬਣਨਗੇ? ਗੁਰੂ ਨਾਨਕ ਸਾਹਿਬ ਕਹਿੰਦੇ ਆਕਾਸ਼ 'ਚ ਉੱਡਦੇ ਪੰਛੀਆਂ ਨੂੰ ਵੇਖ ਕੇ ਕੀੜਿਆਂ ਨੂੰ ਰੀਸ ਆ ਗਈ, ਪਰ ਹੁਣ ਚਾਹ ਕੇ ਵੀ ਕੀੜਾ ਆਕਾਸ਼ ਵਿੱਚ ਉੱਡ ਨਹੀਂ ਸਕਦਾ ਜਿੰਨਾ ਚਿਰ ਪੰਛੀ ਵਰਗਾ ਬਣ ਨਹੀਂ ਜਾਂਦਾ। ਆਕਾਸ਼ 'ਚ ਉੱਡਣ ਦਾ ਤੇ ਇੱਕੋ ਹੀ ਕਾਰਨ ਹੈ ਨਾ ਵੀ ਉਹਦੇ ਕੋਲ ਪੰਖ ਹੋਣੇ ਚਾਹੀਦੇ ਨੇ। ਤਾਂ ਹੀ ਤੇ ਜਦੋਂ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਮਾਲਕ ਨੇ ਆਖਿਆ ਸੀ ਨਾ, ਜਦੋਂ ਹਿਰਦੇ 'ਚ ਪ੍ਰੇਮ ਪੈਦਾ ਹੋਵੇ ਤੇ ਫਿਰ ਉਹਨਾਂ ਆਖਿਆ, ਕਹਿੰਦੇ ਮੈਨੂੰ ਜੇ ਕਿਤੇ ਉੱਡਣ ਦੀ ਬਾਤ ਜਦੋਂ ਕੀਤੀ ਤੇ ਸਤਿਗੁਰੂ ਕਹਿੰਦੇ ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀਂ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਉਦੋਂ ਵੀ ਖੰਭਾਂ ਦੀ ਗੱਲ ਕੀਤੀ ਵੀ ਏਦੂ ਬਿਨਾ ਉੱਡਿਆ ਨਹੀਂ ਜਾ ਸਕਦਾ। ਤੇ ਮਾਲਕ ਕਹਿੰਦੇ ਜੇ ਕਿਤੇ ਮੈਨੂੰ ਮਿਲ ਜਾਣ ਤੇ ਫਿਰ ਮੈਂ ਆਪਣੇ ਤਨ ਤੇ ਜੜ ਲਾਂ, ਆਪਣੇ ਤਨ ਤੇ ਇਸ ਢੰਗ ਨਾਲ ਜੜਾਂ ਜਾਏ ਮਿਲਾਂ ਤਿੰਨਾਂ ਸੱਜਣਾ। ਔਰ ਉਹ ਜਿਹੜੇ ਸੱਜਣ ਨੇ ਨਾ ਉਹਨਾਂ ਨਾਲ ਜਾ ਕੇ ਮੈਂ ਆਪਣਾ ਮੇਲ, ਆਪਣਾ ਮਿਲਾਪ ਜਿਹੜਾ ਉਹ ਬਣਾ ਲਾਂ। ਔਰ ਉਹਨਾਂ ਨੂੰ ਮੈਂ ਟੋਲ ਲਵਾਂ, ਉਹਨਾਂ ਨੂੰ ਲੱਭ ਲਵਾਂ। ਔਰ ਅੱਜ ਸਤਿਗੁਰੂ ਅਮਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਨਾਮ ਲੱਗੇ ਸੇ ਉਬਰੇ। ਬਸ ਆਹੀ ਇੱਕ ਤਰੀਕਾ ਹੈ ਕਿ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਸਹਾਰਾ ਲੈ ਲੈਂਦੇ ਨੇ ਉਹੀ ਨੇ ਭਵਜਲ ਸਾਗਰ ਤੋਂ ਪਾਰ ਲੰਘਣ ਵਾਲੇ। ਬਿਨ ਨਾਵੇਂ ਰੱਬ ਦੇ ਨਾਮ ਤੋਂ ਬਿਨਾ ਜਮਪੁਰ ਜਾਹੇ, ਉਹ ਜਮਾਂ ਦੀ ਫਾਹੀ ਵਿੱਚ ਹੀ ਪੈਂਦੇ ਨੇ। ਮਤਲਬ ਇਉਂ ਕਹਿ ਲਈਏ ਕਿ ਸੰਸਾਰਕ ਝਮੇਲਿਆਂ 'ਚ ਫਸੇ ਹੀ ਜੀਵਨ ਅਜਾਈਂ ਗਵਾ ਕੇ ਚਲੇ ਜਾਂਦੇ। ਸੰਸਾਰਕ ਕਾਰਾਂ ਵਿਹਾਰਾਂ ਵਿੱਚ ਫਸੇ ਹੋਏ, ਮੋਹ ਵਿੱਚ ਫਸੇ ਹੋਏ, ਜਿਹਨੂੰ ਵੇਖ ਕੇ ਗੁਰੂ ਸਾਹਿਬ ਨੇ ਆਖਿਆ ਵੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਪੰਕਜ ਮੋਹ ਪੱਗ ਨਹੀਂ ਚੱਲੈ। ਹੁਣ ਮੋਹ ਦੇ ਚਿੱਕੜ 'ਚ ਐਸੇ ਫਸੇ ਸੀ ਵੀ ਇੱਕ ਕਦਮ ਵੀ ਨਹੀਂ ਸੀ ਤੁਰਿਆ ਜਾਂਦਾ। ਤੇ ਵੇਖਿਆ ਕਿ ਡੁੱਬ ਗਏ ਸਾਰੇ, ਜਿਹੜੇ ਚਿੱਕੜ 'ਚ ਫਸੇ ਸਨ ਉਹ ਸਾਰੇ ਹੀ ਡੁੱਬ ਗਏ। ਹੁਣ ਜਿਨ੍ਹਾਂ ਕੋਲੋਂ ਇੱਕ ਕਦਮ ਵੀ ਤੁਰਿਆ ਨਹੀਂ ਗਿਆ ਉਹ ਸਾਰੇ ਦੇ ਸਾਰੇ ਚਿੱਕੜ ਵਿੱਚ ਡੁੱਬੇ। ਤੇ ਜੇ ਆਪਾਂ ਨਾ ਕਦਮ ਤੁਰਾਂਗੇ ਤੇ ਫਿਰ ਆਪਣੀ ਵੀ ਤੇ ਅਸਲੀਅਤ ਇਹ ਹੀ ਹੈ ਨਾ ਵੀ ਆਪਾਂ ਵੀ ਡੁੱਬਾਂਗੇ। ਉਹ ਮੋਹ ਦਾ ਚਿੱਕੜ ਹੈ, ਸੰਸਾਰਕ ਝਮੇਲਿਆਂ ਦਾ ਚਿੱਕੜ ਹੈ, ਜਿਹਦੇ 'ਚ ਫਸਿਆ ਇਨਸਾਨ ਜ਼ਿੰਦਗੀ ਨੂੰ ਖਤਮ ਕਰਕੇ ਚਲਾ ਜਾਂਦਾ, ਅਜਾਈਂ ਗਵਾ ਕੇ ਚਲਾ ਜਾਂਦਾ। ਸੰਸਾਰਕ ਝਮੇਲਿਆਂ ਵਿੱਚ ਫਸਿਆ ਹੋਇਆ ਹੀ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਆਖਦੇ ਵੀ ਅੰਤ ਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸਵਾ ਜੋਣ ਵੱਲ ਵੱਲ ਆਉ ਤਰੈ। ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਣ ਵੱਲ ਵੱਲ ਆਉ ਤਰੈ। ਤੇ ਮਾਲਕ ਨੇ ਬਕਾਇਦਾ ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ ਨੇ ਬਕਾਇਦਾ ਕਿਹਾ ਸੀ ਅਰੀ ਬਾਈ ਗੋਬਿੰਦ ਨਾਮ ਮਤ ਵੀਸਰੈ, ਵੀ ਰੱਬ ਦਾ ਨਾਮ ਨਾ ਭੁੱਲੇ, ਕਿਉਂਕਿ ਜੇ ਨਾਮ ਭੁੱਲ ਗਿਆ ਫਿਰ ਆਹ ਕੁਛ ਬਣਨਾ ਹੈ। ਐਸੇ ਹਾਲਾਤ ਬਣ ਜਾਣਗੇ ਜੇ ਰੱਬੀ ਯਾਦ ਵਿਸਰ ਗਈ ਨਾ, ਰੱਬੀ ਯਾਦ ਹਿਰਦੇ ਚੋਂ ਭੁੱਲ ਗਈ ਤੇ ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸ਼ੂਕਰ ਜੋਣ ਵੱਲ ਵੱਲ ਅਵਤਰੈ। ਸੰਸਾਰਕ ਮੋਹ ਹੀ ਹੈ ਨਾ, ਸੰਸਾਰਕ ਝਮੇਲੇ ਨੇ ਜਿਨ੍ਹਾਂ 'ਚ ਫਸਿਆ ਹੋਇਆ ਜੀਵ ਆ ਜੂਨਾ ਭੋਗ ਰਿਹਾ। ਕਦੇ ਸ਼ੂਕਰ ਦੀ ਜੂਨ ਭੋਗ ਰਿਹਾ, ਕਦੇ ਪ੍ਰੇਤ ਦੀ ਜੂਨ ਭੋਗ ਰਿਹਾ, ਕਦੇ ਸਰਪ ਦੀ ਜੂਨ ਭੋਗ ਰਿਹਾ, ਕਦੇ ਕਿਸ ਤਰ੍ਹਾਂ ਦੀ ਜੂਨ ਨੂੰ ਭੋਗ ਰਿਹਾ। ਤੇ ਅਖੀਰ 'ਚ ਆ ਕੇ ਭਗਤ ਤਰਲੋਚਨ ਜੀ ਨੇ ਆਖਿਆ ਸੀ, ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਰ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ
ਹਿਰਦੈ ਵਸੈ। ਉਹ ਜੀਵ ਮੁਕਤ ਹੋ ਜਾਂਦਾ ਹੈ ਜਿਹਦੇ ਹਿਰਦੇ ਵਿੱਚ ਪੀਤੰਬਰ ਵਸਦਾ ਹੈ, ਜਿਹਦੇ ਹਿਰਦੇ 'ਚ ਰੱਬੀ ਯਾਦ ਵਸਦੀ ਹੈ। ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਸਹਾਰਾ, ਉਹਦੇ ਨਾਮ ਦਾ ਆਸਰਾ ਲਿਆ, ਸਤਿਗੁਰੂ ਕਹਿੰਦੇ ਉਹ ਉੱਭਰ ਗਏ, ਉਹ ਬਚ ਗਏ। ਤੇ ਜਿਹੜੇ ਉਹਦੇ ਨਾਮ ਤੋਂ ਸਖਣੇ ਤੁਰੇ ਫਿਰੇ ਨਾ, ਉਹ ਜਮਪੁਰ ਜਾਹੇ, ਉਹ ਜਮਾਂ ਦੀ ਫਾਹੀ ਵਿੱਚ ਪੈ ਗਏ। ਉਹਨਾਂ ਨੂੰ ਜੰਮਣ ਮਰਨ ਦੇ ਗੇੜ ਤੋਂ ਕੋਈ ਨਹੀਂ ਬਚਾ ਸਕਿਆ। ਉਹ ਫਿਰ ਜੰਮਦੇ, ਫਿਰ ਮਰ ਜਾਂਦੇ। ਉਹ ਵਿਛੋੜੇ ਦਾ ਦੁੱਖ ਆਪਣੇ ਤਨ ਉੱਤੇ ਸਹਾਰਦੇ ਰਹਿ ਜਾਂਦੇ, ਪਰ ਸੰਜੋਗ ਦਾ ਸੁੱਖ ਕਦੇ ਮਾਣ ਨਹੀਂ ਸਕੇ, ਕਿਉਂਕਿ ਜਿਹੜਾ ਰਸਤਾ ਸੰਜੋਗ ਵਾਲਾ ਸੀ ਉਸ ਰਾਹ ਤੇ ਅਜੇ ਤੱਕ ਤੁਰਿਆ ਹੀ ਨਹੀਂ। ਇੱਕ ਮੈਂ ਨਿੱਕਾ ਜਿਹਾ ਪੱਖ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਚੋਂ ਰੱਖਦਾ ਚੱਲਾਂ। ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰਕ ਫੇਰੀਆਂ ਤੇ ਗਏ ਤੇ ਗਿਆ ਤੀਰਥ ਅਸਥਾਨ ਵੱਲ ਵੀ ਗਏ ਸੀ। ਪ੍ਰਚਾਰਕ ਫੇਰੀਆਂ ਤੇ ਉਸ ਪਾਸੇ ਵੱਲ ਨੂੰ ਨਾ ਮਾਂਡਵੀ ਨਾਮ ਦਾ ਇੱਕ ਮੰਦਿਰ ਹੈ, ਜਿੱਥੇ ਮਾਂਡਵੀ ਲੋਕ ਵੱਸਦੇ ਤੇ ਉਹ ਭੈਰਵੀ ਚੱਕਰ ਦੀ ਪੂਜਾ ਕਰਦੇ। ਉਹਨਾਂ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਨਾਮ ਚੱਕਰ ਦੇ ਆਸਰੇ ਦੀ ਬਾਤ ਕੀਤੀ ਵੀ ਤੁਸੀਂ ਨਾਮ ਦੇ ਚੱਕਰ ਦਾ ਸਹਾਰਾ ਲਓ। ਮਤਲਬ ਰੱਬੀ ਯਾਦ ਵਿੱਚ ਜੁੜਨ ਨੂੰ ਸਤਿਗੁਰੂ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ, ਪ੍ਰੇਰਿਤ ਕੀਤਾ। ਉੱਥੋਂ ਨਾ ਫਿਰ ਸਤਿਗੁਰੂ ਪਾਤਸ਼ਾਹ ਆਸ਼ਾਪੁਰੀ ਨਾਮ ਦਾ ਅਸਥਾਨ ਉੱਥੇ ਗਏ, ਜਿੱਥੇ ਜੈਨੀਆਂ ਦਾ ਕਾਪੜੀ ਜਾਂ ਪੰਥ ਰਹਿੰਦਾ। ਹੁਣ ਉਹ ਜਿੱਥੇ ਆਸ਼ਾਪੁਰੀ ਜੈਨੀਆਂ ਦਾ ਕਾਪੜੀ ਪੰਥ ਰਹਿੰਦਾ ਨਾ, ਉੱਥੇ ਗੁਰੂ ਨਾਨਕ ਸਾਹਿਬ ਜਦੋਂ ਚੱਲ ਕੇ ਗਏ ਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉੱਥੇ ਇੱਕ ਐਸੀ ਮਿੱਟੀ ਹੈ ਕਿ ਜਦੋਂ ਉਹਨੂੰ ਸਾੜਿਆ ਜਾਂਦਾ ਨਾ, ਸੁਕਾਇਆ ਜਾਂਦਾ, ਉਹਨੂੰ ਮਤਲਬ ਸੁਕਾਇਆ ਜਾਂਦਾ ਜਦੋਂ, ਉਦੋਂ ਉਹਦੇ ਚੋਂ ਬੜੀ ਸੋਹਣੀ ਖੁਸ਼ਬੂ ਪੈਦਾ ਹੁੰਦੀ, ਬੜੀ ਸੋਹਣੀ ਸੁਗੰਧੀ ਪੈਦਾ ਹੁੰਦੀ। ਤੇ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਉਹ ਸੁਗੰਧੀ ਨੂੰ ਮਾਣਦੇ, ਬੜੀ ਪ੍ਰਸੰਨਤਾ ਮੰਨਣੀ ਉਹਨਾਂ ਉਸ ਸੁਗੰਧੀ ਦੀ। ਹੁਣ ਗੁਰੂ ਨਾਨਕ ਸਾਹਿਬ ਨੇ ਉੱਥੇ ਉਪਦੇਸ਼ ਦੇਣਾ ਤੇ ਬਾਬੇ ਨਾਨਕ ਨੇ ਉਪਦੇਸ਼ ਵੀ ਨਾਮ ਦਾ ਦੇਣਾ। ਸਤਿਗੁਰੂ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਉੱਥੇ। ਮਾਲਕ ਜੀ ਕਹਿੰਦੇ ਵੀ ਆਹ ਮਿੱਟੀ ਹੈ, ਜਦੋਂ ਤੁਸੀਂ ਇਹਨੂੰ ਸੁਕਾਉਂਦੇ ਹੋ ਤੇ ਇਹਦੇ ਚੋਂ ਬੜੀ ਸੋਹਣੀ ਸੁਗੰਧੀ ਪੈਦਾ ਹੁੰਦੀ ਹੈ, ਤੇ ਤੁਸੀਂ ਉਸ ਸੁਗੰਧੀ ਦਾ ਆਨੰਦ ਮਾਣਦੇ ਹੋ, ਖੁਸ਼ਬੂ ਦਾ ਆਨੰਦ ਮਾਣਦੇ ਹੋ। ਆਪਣੀ ਕਾਇਆ ਵੱਲ ਕਦੇ ਝਾਤ ਮਾਰ ਕੇ ਵੇਖੋ, ਇਹ ਮਿੱਟੀ ਹੈ। ਪਰ ਜਦੋਂ ਇਹਨੂੰ ਸੁਕਾਓਗੇ ਨਾ, ਹੁਣ ਉਹ ਮਿੱਟੀ ਨੂੰ ਤੇ ਤੁਸੀਂ ਅੱਗ ਲਾ ਕੇ ਸੁਕਾ ਲਿਆ, ਉਹਦੇ ਚੋਂ ਖੁਸ਼ਬੂ ਪੈਦਾ ਹੋਈ, ਪਰ ਇਹ ਮਿੱਟੀ ਐਸੀ ਹੈ ਵੀ ਇਹਨੂੰ ਅੱਗ ਲਾ ਕੇ ਸੁਕਾਇਆ ਨਹੀਂ ਜਾ ਸਕਦਾ। ਪਰ ਜੇ ਕਿਤੇ ਇਹਨੂੰ ਨਾਮ ਦਾ ਸਹਾਰਾ ਲੈ ਕੇ ਸੁਕਾ ਲਿਆ ਜਾਏ, ਮਤਲਬ ਇਹਨੂੰ ਸਮਝ ਲਿਆ ਜਾਏ ਅਸਲ ਵਿੱਚ ਹੈ ਕੀ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦੇ ਚੋਂ ਖੁਸ਼ਬੂ ਬੜੀ ਵਧੀਆ ਪੈਦਾ ਹੁੰਦੀ। ਤੇ ਉਹ ਜਿਹੜੀ ਖੁਸ਼ਬੂ ਹੈ ਨਾ, ਉਹ ਐਸੀ ਖੁਸ਼ਬੂ ਹੈ, ਆ ਮਿੱਟੀ ਵਿਚਲੀ ਖੁਸ਼ਬੂ ਕੁਝ ਚਿਰ ਵਾਸਤੇ ਆਉਂਦੀ ਤੇ ਉਦੋਂ ਬਾਅਦ ਚ ਮੁੱਕ ਜਾਂਦੀ ਹੈ। ਤੁਹਾਨੂੰ ਫਿਰ ਖੁਸ਼ਬੂ ਮਾਣਨ ਵਾਸਤੇ ਦੁਬਾਰਾ ਫਿਰ ਮਿੱਟੀ ਦਾ ਸਹਾਰਾ ਲੈਣਾ ਪੈਂਦਾ। ਬਾਬੇ ਨਾਨਕ ਨੇ ਆਖਿਆ, ਕਹਿੰਦੇ ਆਹ ਜਿਹੜੀ ਕਾਇਆ ਰੂਪੀ ਮਿੱਟੀ ਹੈ ਨਾ, ਜਿੱਦਣ ਇਹਨੂੰ ਸੁਖਾ ਲੋਗੇ ਨਾ, ਇਹਦੇ ਵਿੱਚੋਂ ਜਿੱਦਣ ਖੁਸ਼ਬੂ ਉਪਜੇਗੀ, ਐਸੀ ਖੁਸ਼ਬੂ ਉਪਜੇਗੀ, ਐਸੀ ਸੁਗੰਧੀ ਆਏਗੀ, ਮੁੜ ਕੇ ਕਦੇ ਮੁੱਕਣੀ ਨਹੀਂ, ਭਾਵੇਂ ਸਾਰੀ ਜ਼ਿੰਦਗੀ ਆਨੰਦ ਮਾਣਦੇ ਰਹੋ। ਉੱਥੇ ਮਾਲਕ ਪਾਤਸ਼ਾਹ ਨੇ ਉਹਨਾਂ ਨੂੰ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਉਹ ਜੀਵ ਫਿਰ ਆਪ ਖੁਦ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਆਪਣੇ ਜੀਵਨਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ, ਉਹਦਾ ਆਸਰਾ ਲੈ ਕੇ ਤੇ ਫਿਰ ਸੁਗੰਧੀ ਦਾ ਆਨੰਦ ਮਾਣਦੇ, ਆਪਣੀ ਕਾਇਆ ਦਾ ਲਾਹਾ ਖੱਟਦੇ, ਕਾਇਆ ਦਾ ਲਾਭ ਖੱਟਦੇ ਨੇ। ਤੇ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ, ਕਹਿੰਦੇ ਜਿਨ੍ਹਾਂ ਨੇ ਨਾਮ ਦਾ ਸਹਾਰਾ ਆਸਰਾ ਲਿਆ, ਉਹ ਤੇ ਭਵਜਲ ਸਾਗਰ ਚੋਂ ਉੱਭਰ ਗਏ, ਤਰ ਗਏ। ਪਰ ਜਿਹੜੇ ਆਸਰੇ ਤੋਂ ਸਖਣੇ ਰਹਿ ਗਏ ਨਾ, ਉਹ ਜਮਪੁਰ ਜਾਹੇ, ਉਹ ਜਮਾਂ ਦੀ ਫਾਹੀ ਵਿੱਚ ਪੈ ਗਏ। ਉਹਨਾਂ ਨੂੰ ਸੰਸਾਰ ਭਵਜਲ ਸਾਗਰ ਤੋਂ ਬਚਾਉਣ ਵਾਲਾ ਕੋਈ ਨਹੀਂ,
ਨਾ ਤੇ ਉਹਨਾਂ ਨੇ ਉਹਨਾਂ ਦਾ ਸਹਾਰਾ ਲਿਆ ਜਿਹੜੇ ਭਵਜਲ ਸਾਗਰ ਤੋਂ ਤਰ ਗਏ, ਤੇ ਨਾ ਹੀ ਸਹਾਰਾ ਉਹਨਾਂ ਦਾ ਲਿਆ, ਉਸ ਗੁਰੂ ਦਾ ਸਹਾਰਾ ਲਿਆ ਜਿਹੜਾ ਭਵਜਲ ਸਾਗਰ ਤੋਂ ਪਾਰ ਉਤਾਰਨ ਵਾਲਾ। ਉਹ ਕੇਵਲ ਆਪਣੀ ਜ਼ਿੰਦਗੀ 'ਚ ਆਪਣੇ ਸਿਰਫ ਸੰਸਾਰਕ ਝਮੇਲਿਆਂ ਵਿੱਚ, ਕਾਰਾਂ ਤੇ ਵਿਹਾਰਾਂ ਵਿੱਚ ਫਸੇ ਰਹੇ। ਉਹੀ ਕਾਰ ਤੇ ਵਿਹਾਰ ਨੇ ਜਿਹੜੇ ਆ ਕਰਕੇ ਜੀਵ ਦੇ ਗਲ ਵਿੱਚ ਇੱਕ ਭਾਰ ਬਣ ਗਏ। ਉਹ ਐਸਾ ਭਾਰ ਬਣੇ ਕਿ ਉਹਨਾਂ ਮੁੜ ਕੇ ਸੰਸਾਰ ਭਵਜਲ ਸਾਗਰ ਵਿੱਚ ਇਸ ਜੀਵ ਨੂੰ ਜਿਨੇ ਤਰਨਾ ਸੀ ਇਹਨੂੰ ਡੋਬ ਕੇ ਰੱਖ ਦਿੱਤਾ। ਹੁਣ ਜੀਵ ਚਾਹ ਕੇ ਵੀ ਪਾਰ ਨਹੀਂ ਲੰਘ ਸਕਦਾ, ਕਿਉਂਕਿ ਜਿੰਨਾ ਚਿਰ ਗਲ ਵਿੱਚੋਂ ਭਾਰ ਉਤਾਰਦਾ ਨਹੀਂ, ਜਿੰਨਾ ਚਿਰ ਸਿਰ ਉੱਤੇ ਚੱਕਿਆ ਭਾਰ ਨਹੀਂ ਉਤਾਰਦਾ, ਉਹਨਾਂ ਚਿਰ ਇਹ ਜੀਵ ਭਵਜਲ ਸਾਗਰ ਚੋਂ ਤਰ ਨਹੀਂ ਸਕਦਾ। ਇੰਨਾ ਕੁ ਝਮੇਲਿਆਂ 'ਚ ਫਸ ਗਿਆ ਇਹ ਇਨਸਾਨ, ਅੱਜ ਚਾਹ ਕੇ ਵੀ ਆਪਣੇ ਉਹਨਾਂ ਝਮੇਲਿਆਂ 'ਚੋਂ ਇਹ ਨਿਕਲ ਨਹੀਂ ਸਕਦਾ। ਝਮੇਲੇ ਹੀ ਐਸੇ ਨੇ, ਕਾਰ ਵਿਹਾਰ ਸੰਸਾਰਕ ਐਸੇ ਸਹੇੜ ਬੈਠਾ ਜੀਵ, ਜੇ ਅੱਜ ਭਾਵਨਾ ਰੱਖ ਕੇ, ਇੱਛਾ ਰੱਖ ਕੇ ਉਹਨਾਂ ਚੋਂ ਨਿਕਲਣਾ ਵੀ ਚਾਹੁੰਦਾ ਤੇ ਚਾਹ ਕੇ ਵੀ ਉਹਨਾਂ ਵਿੱਚੋਂ ਨਿਕਲ ਇਹ ਨਹੀਂ ਪਾਉਂਦਾ। ਫਿਰ ਮਾਲਕ ਪਾਤਸ਼ਾਹ ਨੇ ਆਖਿਆ, ਕਹਿੰਦੇ ਸਜਣਾ ਤੇਰੀ ਬਦਕਿਸਮਤੀ ਹੈ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਹੁਣ ਤੈਰਨਾ ਔਖਾ, ਕਿਉਂਕਿ ਜਦੋਂ ਸਮਾਂ ਸੀ ਉਦੋਂ ਸਾਂਭਿਆ ਨਹੀਂ, ਬੇੜਾ ਬਣਾਉਣ ਦਾ ਵੇਲਾ ਸੀ ਤੂੰ ਬਣਾਇਆ ਨਹੀਂ। ਹੁਣ ਸੱਜਣਾ ਲਹਿਰਾਂ ਚੜ ਕੇ ਆ ਗਈਆਂ, ਤੇ ਇੰਨੀਆਂ ਕੁ ਚੜ ਕੇ ਆਈਆਂ ਵੀ ਹੁਣ ਸੁਨਾਮੀ ਹੈ। ਉਹ ਸੁਨਾਮੀ ਵਿੱਚੋਂ ਚਾਹ ਕੇ ਵੀ ਤੂੰ ਪਾਰ ਨਹੀਂ ਲੰਘ ਸਕਦਾ। ਜਿਨ੍ਹਾਂ ਨੇ ਬੇੜੇ ਬਣਾ ਲਏ ਉਹ ਤੇ ਪਾਰ ਲੰਘ ਗਏ, ਤੇ ਜਿਹੜੇ ਹੁਣ ਬਿਨਾਂ ਬੇੜੇ ਤੋਂ ਸੀ ਉਹ ਸਾਰੇ ਹੀ ਡੁੱਬਦੇ ਨਜ਼ਰ ਆਏ। ਉਹਨਾਂ ਨੂੰ ਪਾਰ ਲੰਘਾਉਣ ਵਾਲਾ ਕੋਈ ਨਹੀਂ। ਅਜੇ ਵੀ ਇੱਕ ਆਸ ਬਾਕੀ ਹੈ। ਜਿੰਨਾ ਚਿਰ ਡੁੱਬ ਨਹੀਂ ਨਾ ਜਾਂਦੇ, ਮਤਲਬ ਜ਼ਿੰਦਗੀ ਦੀ ਰੌ ਮੁੱਕ ਨਹੀਂ ਜਾਂਦੀ, ਜਿੰਨਾ ਚਿਰ, ਉਹਨਾਂ ਚਿਰ ਇੱਕ ਆਸਰਾ ਹੈ। ਜੇ ਕਿਤੇ ਇਹ ਕਹਿਣਾ ਆ ਜਾਏ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੋਕੋ ਬਾਹ ਦੇ ਬਾਪ ਬੀਠੂਲਾ, ਜੇ ਕਹਿਣਾ ਆ ਜਾਏ ਤੇ ਤੈਰਨ ਲਈ ਸਹਾਰਾ ਤੇ ਇੱਕ ਤਿਣਕੇ ਦਾ ਹੀ ਚਾਹੀਦਾ ਨਾ। ਡੁੱਬਦੇ ਹੋਏ ਨੂੰ ਇੱਕ ਤਿਣਕਾ ਮਿਲ ਜਾਏ, ਉਹਦੀ ਖੁਸ਼ੀ ਦਾ ਕੋਈ ਟਿਕਾਣਾ ਰਹਿ ਨਹੀਂ ਜਾਂਦਾ। ਭਵਜਲ ਸਾਗਰ 'ਚ ਡੁੱਬ ਰਹੇ ਆ, ਜੇ ਕਿਤੇ ਗੁਰੂ ਰਤਾ ਮਾਤਰ ਵੀ ਸਹਾਰਾ ਦੇ ਦੇ ਤੇ ਭਵਜਲ ਸਾਗਰ ਤਰ ਜਾਵਾਂਗੇ। ਡੁੱਬਦੇ ਨੇ ਪੁਕਾਰ ਕੀਤੀ ਬਚਾ ਲੋ, ਫਿਰ ਲੋਕ ਦੌੜੇ ਗਏ ਬਚਾਉਣ ਵਾਸਤੇ। ਆਪਾਂ ਡੁੱਬ ਰਹੇ ਆ, ਪੁਕਾਰ ਕਰਾਂਗੇ ਬਚਾ ਲੋ, ਤਾਂ ਹੀ ਤੇ ਗੁਰੂ ਸਾਹਿਬ ਬਚਾਉਣ ਆਉਣਗੇ ਨਾ। ਭਾਈ ਮੰਝ ਤੁਰੇ ਆਉਂਦੇ ਖੂਹ 'ਚ ਡਿੱਗ ਪਏ, ਫਿਰ ਪੁਕਾਰ ਕੀਤੀ ਵੀ ਸਤਿਗੁਰੂ ਬਚਾਓ। ਤੇ ਇਤਿਹਾਸਕਾਰ ਲਿਖਦੇ ਵੀ ਗੁਰੂ ਅਰਜਨ ਸਾਹਿਬ ਨੇ ਪੈਰੀਂ ਜੋੜਾ ਵੀ ਨਹੀਂ ਪਾਇਆ, ਔਰ ਉੱਥੇ ਖੜੋ ਕੇ ਵੀ ਮਾਲਕ ਨੇ ਪਰਖ ਕੀਤੀ। ਅਜੇ ਵੀ ਪਹਿਲੋਂ ਰੱਸਾ ਲਮਕਾਇਆ ਤੇ ਆਖਿਆ ਭਾਈ ਮੰਝ ਆ ਜਾਓ, ਉਹ ਤਾਂ ਪਕੜ ਕੇ ਪਹਿਲੋਂ ਰੱਸੇ ਨਾਲ ਲੱਕੜਾਂ ਬੰਨੀਆਂ ਸਿਰ ਤੇ ਚੁੱਕੀਆਂ ਜਿਹੜੀਆਂ, ਵੀ ਨਹੀਂ ਸਤਿਗੁਰੂ ਪਹਿਲੋਂ ਇਹਨਾਂ ਲੱਕੜਾਂ ਨੂੰ ਬਾਹਰ ਕੱਢੋ। ਜੇ ਡਿੱਗਾਂਗੇ ਤਾਂ ਹੀ ਤੇ ਸਤਿਗੁਰੂ ਪਾਤਸ਼ਾਹ ਜੀ ਪਾਰ ਉਤਾਰਨਗੇ ਨਾ। ਜੇ ਪੁਕਾਰ ਕਰਕੇ ਆਵਾਜ਼ ਮਾਰਾਂਗੇ ਵੀ ਸਤਿਗੁਰੂ ਡੁੱਬਦਿਆਂ ਨੂੰ ਤਾਰ ਲਓ, ਡੁੱਬਦਿਆਂ ਨੂੰ ਬਚਾ ਲਓ, ਨਹੀਂ ਤੇ ਆ ਭਵਜਲ ਸਾਗਰ ਚੋਂ ਪਾਰ ਲੰਘਾਉਣ ਵਾਲਾ ਕੋਈ ਨਹੀਂ। ਜਿੱਦਣ ਗੁਰੂ ਕੋਲ ਪੁਕਾਰ ਸਾਡੀ ਪਹੁੰਚ ਗਈ, ਜਿੱਦਣ ਹਿਰਦੇ ਕਰਕੇ ਬੇਨਤੀ ਸਾਡੀ ਗੁਰੂ ਨੇ ਪ੍ਰਵਾਨ ਕਰ ਲਈ, ਉਸ ਦਿਨ ਭਵਜਲ ਸਾਗਰ ਚੋਂ ਡੁੱਬਣ ਦਾ ਖੌਫ ਮੁੱਕ ਜਾਏਗਾ। ਪਰ ਇਹ ਨਹੀਂ ਅਸੀਂ ਜ਼ੁਬਾਨ ਕਰਕੇ ਆਖੀ ਚੱਲੀਏ ਵੀ ਸਤਿਗੁਰੂ ਤਾਰ ਲੈ, ਤੇ ਮਨ ਸਾਡਾ ਕਦੇ ਵੀ ਨਾ ਆਖੇ ਵੀ ਗੁਰੂ ਸਾਹਿਬ ਜੀ ਅਸੀਂ ਡੁੱਬਦੇ ਜਾ ਰਹੇ ਹਾਂ। ਮਨ ਸਾਡਾ ਕਦੇ ਵੀ ਨਾ ਇਸ ਗੱਲ ਨੂੰ ਪ੍ਰਵਾਨ ਕਰੇ ਕਿ ਅਸੀਂ ਡੁੱਬ ਰਹੇ ਹਾਂ। ਮਨ ਕਦੇ ਵੀ ਗੁਰੂ ਅੱਗੇ ਜਿਹੜੀ ਉਹ ਪੁਕਾਰ ਨਾ ਕਰੇ, ਤੇ ਜ਼ੁਬਾਨ ਭਾਵੇਂ ਰੋਜ਼ ਆਖੀ ਜਾਏ, ਤੇ ਖਿਆਲ ਰੱਖਿਓ ਤਾਰਨਾ ਫਿਰ ਵੀ ਨਹੀਂ। ਪੁਕਾਰ ਤੇ ਹਿਰਦੇ ਚੋਂ ਚਾਹੀਦੀ।
ਜ਼ੁਬਾਨ ਤੇ ਬਹੁਤ ਕੁਛ ਆਖਦੀ ਹੈ। ਗੁਰੂ ਅਮਰਦਾਸ ਨੇ ਆਖਿਆ, ਕਹਿੰਦੇ ਜਿਨ੍ਹਾਂ ਨਾਮ ਦਾ ਸਹਾਰਾ ਲਿਆ ਉਹ ਉੱਭਰ ਗਏ, ਤੇ ਜਿਹੜੇ ਆਸਰੇ ਤੋਂ ਸਖਣੇ ਰਹਿ ਗਏ ਉਹ ਜਮਾਂ ਦੀ ਫਾਹੀ ਸੰਸਾਰਕ ਝਮੇਲਿਆਂ 'ਚ ਫਸੇ ਰਹਿ ਗਏ। ਤੇ ਫਿਰ ਨਾਲ ਆਖਿਆ, ਕਹਿੰਦੇ ਨਾਨਕ ਬਿਨ ਨਾਮੈ ਸੁਖ ਨਹੀਂ। ਨਾਮ ਤੋਂ ਬਿਨਾ ਸੁਖ ਵੀ ਨਹੀਂ ਹੈ। ਆਏ ਗਏ ਪਛਤਾਹੇ, ਜੀਵ ਆਉਂਦਾ ਜਾਂਦਾ ਸਿਰਫ ਉਹਦੇ ਕੋਲ ਪਛਤਾਵਾ ਹੈ। ਜਿਹਨੂੰ ਸਤਿਗੁਰੂ ਨੇ ਬਾਣੀ ਚ ਆਖਿਆ ਵੀ ਸੁੰਨੇ ਘਰ ਦਾ ਪ੍ਰਾਹੁਣਾ ਜਿੰਨੀ ਵਾਰੀ ਮਰਜ਼ੀ ਆਏ ਓਨੀ ਵਾਰੀ ਉਹਨੂੰ ਮੁੜਨਾ ਪੈਂਦਾ। ਜਿਵੇਂ ਆਇਆ ਉਵੇਂ ਵਾਪਸ ਜਾਣਾ ਪਿਆ, ਕਿਉਂਕਿ ਸੁੰਨਾ ਘਰ ਹੈ, ਉੱਥੇ ਰਹਿੰਦਾ ਹੀ ਕੋਈ ਨਹੀਂ। ਜਿਸ ਘਰ ਵਿੱਚ ਰਹਿੰਦਾ ਕੋਈ ਨਹੀਂ, ਉਸ ਘਰ 'ਚ ਭਾਵੇਂ ਅਸੀਂ ਰੋਜ਼ ਪ੍ਰਾਹੁਣੇ ਬਣ ਜਾਂਦੇ ਰਹੀਏ ਤੇ ਕੀ ਹੋਏਗਾ? ਜਿਉਂ ਆਇਆ ਤਿਉਂ ਜਾਏ, ਉਦਾਂ ਹੀ ਮੁੜਨਾ ਪੈਣਾ ਨਾ ਜਿੱਦਾਂ ਆਇਆ। ਤੇ ਜਿਸ ਘਰ ਵਿੱਚ ਰਹਿੰਦੇ ਹੋਣ, 2-4 ਜੀ ਰਹਿੰਦੇ ਹੋਣ, ਕੋਈ ਰਿਸ਼ਤੇਦਾਰ ਸਾਕ ਸੰਬੰਧੀ ਰਹਿੰਦੇ ਹੋਣ, ਉਸ ਘਰ ਵਿੱਚ ਪ੍ਰਾਹੁਣੇ ਭਾਵੇਂ ਅਸੀਂ 2 ਪਲਾਂ ਵਾਸਤੇ ਬਣ ਕੇ ਜਾਈਏ, ਉਹ ਕਈ ਤਰ੍ਹਾਂ ਦੀ ਆਓ ਭਗਤ ਕਰਦੇ ਵੀ ਸਾਡੇ ਘਰ 'ਚ ਪ੍ਰਾਹੁਣਾ ਆਇਆ। ਤੇ ਜਿਹੜਾ ਘਰ ਸੁਣਨਾ ਹੋਵੇ, ਉਸ ਘਰ ਵਿੱਚ ਅਸੀਂ ਜਿੰਨੀ ਮਰਜ਼ੀ ਆਸ ਲਾ ਕੇ ਜਾਈਏ ਵੀ ਜਾਵਾਂਗੇ, ਉੱਥੇ ਆਓ ਭਗਤ ਹੋਏਗੀ, ਉੱਥੇ ਸਾਡਾ ਬੜਾ ਅਦਬ ਤੇ ਸਤਿਕਾਰ ਕੀਤਾ ਜਾਏਗਾ, ਮਾਣ ਤੇ ਸਨਮਾਨ ਕੀਤਾ ਜਾਏਗਾ। ਪਰ ਅਫਸੋਸ ਘਰ ਸਖਣਾ, ਜਿਉਂ ਆਇਆ ਤਿਉਂ ਜਾਏ, ਉਦਾਂ ਹੀ ਮੁੜਨਾ ਪੈਣਾ, ਕਿਉਂਕਿ ਉੱਥੇ ਘਰ ਹੀ ਸੁਣਨਾ, ਰਹਿੰਦਾ ਹੀ ਕੋਈ ਨਹੀਂ। ਤੇ ਮਾਲਕ ਜੀ ਕਹਿੰਦੇ ਤੂੰ ਇਹ ਖਿਆਲ ਕਰ, ਨਾਨਕ ਬਿਨ ਨਾਮੈ ਸੁਖ ਨਹੀਂ। ਨਾਮ ਤੋਂ ਬਿਨਾ ਸੁਖ ਹੈ ਹੀ ਨਹੀਂ। ਆਏ ਗਏ ਪਛਤਾਹੇ, ਜਿੰਨੀ ਵਾਰੀ ਮਰਜ਼ੀ ਆਈ ਚੱਲ ਤੇ ਜਿੰਨੀ ਵਾਰੀ ਮਰਜ਼ੀ ਜਾਂਦਾ ਰਹੋ, ਪਛਤਾਉਣਾ ਹੀ ਪੈਣਾ, ਸਿਵਾਏ ਪਛਤਾਵੇ ਤੋਂ ਕੁਝ ਨਹੀਂ ਮਿਲਣਾ। ਇਸੇ ਕਰਕੇ ਬਾਬਾ ਕਬੀਰ ਜੀ ਨੇ ਬਚਨ ਆਖੇ, ਕਹਿੰਦੇ ਇੱਕ ਦੁੱਖ ਕਾਟੋ RAM ਰਾਏ, ਮੇਰਾ ਅਗਨ ਦਹੈ ਅਰ ਗਰਭ ਵਸੇਰਾ। ਰੱਬ ਜੀ ਮੈਂ ਅਰਜ਼ੋਈ ਕਰਦਾ ਤੁਹਾਡੇ ਅੱਗੇ, ਮੇਰਾ ਆਉਣ ਤੇ ਜਾਣ ਦਾ ਦੁੱਖ ਕੱਟ ਦਿਓ, ਬਾਕੀ ਚਿੰਤਾ ਹੀ ਕੋਈ ਨਹੀਂ। ਮੈਨੂੰ ਦੁਬਾਰਾ ਧਰਤੀ ਤੇ ਆਉਣਾ ਤੇ ਜਾਣਾ ਨਾ ਪਏ, ਜੰਮਣਾ ਤੇ ਮਰਨਾ ਨਾ ਪਏ, ਕਿਤੇ ਜੂਨਾਂ ਵਿੱਚ ਜੰਮਣਾ ਮਰਨਾ ਨਾ ਪੈ ਜਾਏ। ਬਸ ਮੇਰੇ ਉੱਤੇ ਕਿਰਪਾ ਕਰੋ, ਅੱਗ ਵਿੱਚ ਸੜਨਾ ਤੇ ਗਰਭ ਵਿੱਚ ਵਾਸਾ ਲੈਣ ਦੀ ਜਿਹੜੀ ਬਾਤ ਹੈ ਨਾ, ਬਸ ਇਸ ਦੁੱਖ ਤੋਂ ਮੇਰਾ ਛੁਟਕਾਰਾ ਹੋ ਜਾਏ। ਗੁਰਬਾਣੀ ਨੇ ਜਦੋਂ ਦੁੱਖ ਮੰਨਿਆ ਤੇ ਸਿਰਫ ਇਸੇ ਨੂੰ ਮੰਨਿਆ ਵੀ ਆਹ ਦੁੱਖ ਹੈ, ਬਾਰ-ਬਾਰ ਅਗਨ ਵਿੱਚ ਸੜਨਾ, ਗਰਭ ਵਿੱਚ ਵਾਸਾ ਲੈਣਾ। ਬਾਕੀ ਤੇ ਜਦੋਂ ਗੁਰਬਾਣੀ ਨੇ ਸਾਨੂੰ ਸਹਾਰਾ ਦਿੱਤਾ, ਆਸਰਾ ਦਿੱਤਾ ਨਾ, ਗੁਰਬਾਣੀ ਨੇ ਜਦੋਂ ਸਾਨੂੰ ਧੀਰਜ ਦਿੱਤਾ ਤੇ ਇਹ ਹੀ ਆਖਿਆ ਸੀ, ਮਨੁੱਖਾ ਸੰਸਾਰਕ ਜੀਵਨ ਜਿਉਂਦਿਆਂ ਸੁੱਖ ਤੇ ਦੁੱਖ 2 ਕੱਪੜੇ ਨੇ, ਆਪਣੇ ਤਨ ਉੱਤੇ ਹਰ ਜੀਵ ਨੂੰ ਪਹਿਨਣੇ ਹੀ ਪੈਂਦੇ ਨੇ। ਪਰ ਜਦੋਂ ਗੁਰਬਾਣੀ ਨੇ ਅਸਲ ਵਿੱਚ ਦੁੱਖ ਮੰਨਿਆ ਤੇ ਉਹ ਇਹ ਕਿ ਜੀਵ ਨੂੰ ਜੰਮਣਾ ਤੇ ਮਰਨਾ ਪੈਂਦਾ, ਇਹ ਸਭ ਤੋਂ ਵੱਡਾ ਦੁੱਖ ਹੈ। ਬਾਬਾ ਕਬੀਰ ਜੀ ਕਹਿੰਦੇ, ਰੱਬਾ ਮੈਂ ਤੇਰੇ ਅੱਗੇ ਅਰਦਾਸ ਕਰਦਾ, ਇਹਦੇ ਤੋਂ ਬਚਾ ਲਾ। ਤੇ ਇਹਦੇ ਤੋਂ ਬਚਾਂਗੇ ਕਿੱਦਾਂ? ਜੇ ਨਾਮ ਦਾ ਆਸਰਾ ਹੋਏਗਾ। ਤੇ ਜਿਨ੍ਹਾਂ ਕੋਲ ਨਾਮ ਦਾ ਸਹਾਰਾ ਨਹੀਂ, ਉਹ ਸੁਖੀ ਵੀ ਨਹੀਂ। ਸਤਿਗੁਰੂ ਬਾਣੀ ਚ ਕਹਿੰਦੇ ਨਾ, ਸੁਖ ਨਾਹੀ ਰੇ ਹਰ ਭਗਤ ਬਿਨਾ। ਰੱਬ ਦੀ ਭਗਤੀ ਤੋਂ ਬਿਨਾ ਸੁਖ ਕਿੱਥੇ ਹੈ? ਦੁਨੀਆ ਦੇ ਕਿਸੇ ਕੋਨੇ ਚਲੇ ਜਾਈਏ, ਦੁਨੀਆ ਦਾ ਕੋਨਾ ਪ੍ਰਸੰਨਤਾ ਨਹੀਂ ਦੇ ਸਕਦਾ। ਪਰ ਹਾਂ, ਭਾਵੇਂ ਉਜਾੜ ਵਿੱਚ ਵੀ ਬਹਿ ਕੇ ਰੱਬੀ ਯਾਦ 'ਚ ਜੁੜ ਜਾਈਏ ਨਾ, ਤੇ ਉਹ ਉਜਾੜ ਵੀ ਜਿਹੜੀ ਨਾ ਪ੍ਰਸੰਨਤਾ ਦਾ ਕਾਰਨ ਬਣ ਜਾਂਦੀ। ਤੇ ਜਿੱਥੇ ਬਹੁਤ ਸੰਘਣਾ ਆਬਾਦੀ ਵਾਲਾ ਸ਼ਹਿਰ ਹੋਵੇ, ਤੇ ਜੇ ਉੱਥੇ ਵੀ ਜੀਵ ਵਿਕਾਰਾਂ 'ਚ ਜਾ ਕੇ ਫਸ ਜਾਏ, ਤੇ ਸਤਿਗੁਰੂ ਕਹਿੰਦੇ ਉਹਦੇ ਵਰਗੀ ਉਜਾੜ ਹੀ ਕੋਈ ਨਹੀਂ। ਹੁਣ ਆਬਾਦੀ ਵਿੱਚ ਜੀਵ ਕਿਉਂ ਗਿਆ? ਸੁੱਖ ਲੈਣ ਵਾਸਤੇ, ਵੀ ਮੈਂ ਉੱਥੇ ਰਹਿ ਕੇ ਕਈ ਤਰ੍ਹਾਂ ਦੇ ਸੁੱਖ ਭੋਗਾਂਗਾ।
ਪਰ ਜਿਹੜਾ ਅਸਲ ਵਿੱਚ ਦੁੱਖਾਂ ਦਾ ਕਾਰਨ ਸੀ ਉਹਨੂੰ ਸਮਝ ਹੀ ਨਹੀਂ ਸਕਿਆ ਵੀ ਮੇਰੇ ਕੋਲ ਰੱਬੀ ਚਿੰਤਨ ਨਹੀਂ ਹੈ। ਜੇ ਚਿੰਤਨ ਹੁੰਦਾ ਤੇ ਫਿਰ ਦੁੱਖ ਤੇ ਤਕਲੀਫ ਕਾਹਦੀ ਸੀ। ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਇੱਕ ਪੱਖ ਰੱਖਾਂ। ਜੇ ਦੁਨੀਆ ਨੂੰ ਕਹੀਏ ਨਾ ਆਪਣਾ ਘਰ ਤੇ ਬਾਰ ਛੱਡ ਕੇ ਤੁਸੀਂ ਭ੍ਰਮਣ ਕਰਨਾ, ਤੁਰਨਾ ਸਮਾਜ ਸੰਸਾਰ ਤੇ ਤੁਰਨ ਲੱਗਾ ਜੀਵ ਕਈ ਤਰ੍ਹਾਂ ਦੀਆਂ ਵਸਤੂਆਂ ਨਾਲ ਬੰਨ੍ਹਦਾ। ਆਪਾਂ ਸੰਸਾਰ ਦਾ ਭ੍ਰਮਣ ਤੇ ਛੱਡੋ, ਜੇ ਕਿਤੇ ਇੱਕ ਸ਼ਹਿਰ ਚੋਂ ਪੈਂਡਾ ਤੈਅ ਕਰਕੇ ਦੂਜੇ ਸ਼ਹਿਰ ਕਿਤੇ 4, 5, 10 ਘੰਟਿਆਂ ਦਾ ਸਮਾਂ ਲਾ ਕੇ ਜਾਣਾ ਹੋਵੇ ਨਾ, ਤੇ ਅਸੀਂ ਉਹਨਾਂ 10 ਘੰਟਿਆਂ ਦਾ ਵੀ ਇੰਤਜ਼ਾਮ ਕਰਕੇ ਤੁਰਦੇ। ਵੀ ਰਾਹ 'ਚ ਕਿਤੇ ਲੋੜ ਪੈ ਜੇ ਤੇ ਕੀ ਕਰਾਂਗੇ। ਖਾਣ ਪੀਣ ਦੀਆਂ ਵਸਤੂਆਂ ਵੀ ਨਾਲ ਲੈ ਲਈਆਂ, ਵਸਤਰ ਵੀ ਕਿੰਨੇ ਨਾਲ ਲੈ ਲਏ, ਬੜਾ ਕੱਢੀ ਵੱਡੀ ਪੰਡ ਬਣਾ ਕੇ ਬੈਗ ਭਰ ਕੇ ਨਾਲ ਚੁੱਕ ਲਿਆ ਵੀ ਅਸੀਂ ਪੈਂਡਾ ਤੈਅ ਕਰਨਾ, ਸਫ਼ਰ ਕਰਨਾ। ਅਸੀਂ ਤੇ ਜਿੱਦਣ ਗੁਰੂ ਨਾਨਕ ਸਾਹਿਬ ਤੁਰੇ ਨੇ, ਉਦਣ ਭਾਈ ਮਰਦਾਨਾ ਜੀ ਦੇ ਹੱਥ 'ਚ ਰਬਾਬ ਤੇ ਗੁਰੂ ਨਾਨਕ ਸਾਹਿਬ ਆਪ। ਤੇ ਬਾਬੇ ਨਾਨਕ ਦੇ ਹੱਥ 'ਚ ਇੱਕ ਆਸਾ ਤੇ ਇੱਕ ਕਿਤਾਬ। ਬਸ ਆਹ ਚੀਜ਼ਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਲੈ ਕੇ ਤੁਰੇ। ਇਹ ਵੀ ਨਹੀਂ ਵੀ ਨਾਲ ਅਸੀਂ ਵਸਤੂਆਂ ਪਦਾਰਥ ਬੰਨ ਲਈਏ ਤੇ ਉਹ ਪਦਾਰਥ ਬੰਨ ਕੇ ਤੇ ਅਸੀਂ ਫਿਰ ਪੈਂਡਾ ਤੈਅ ਕਰੀਏ, ਪਤਾ ਨਹੀਂ ਕਿੰਨਾ ਸਮਾਂ ਲੱਗ ਜਾਣਾ। ਕੋਈ ਸਮੇਂ ਦਾ ਵੀ ਤਕਾਜ਼ਾ ਨਹੀਂ। ਸਿਰਫ ਇੱਕ ਰੱਬ ਅਕਾਲ ਪੁਰਖ ਪਰਮੇਸ਼ਵਰ ਦੀ ਬਾਣੀ ਤੇ ਉਹਦਾ ਚਿੰਤਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕੋਲ ਹੈ। ਤੇ ਉਹਨਾਂ ਨੇ ਐਸੀ ਜੀਵਨ ਦੇ ਅੰਦਰ ਸੁਖ ਭਰੀ ਜ਼ਿੰਦਗੀ ਸਮਾਂ ਬਣਾਇਆ ਕਿ ਜੰਗਲਾਂ ਵਿੱਚ ਰਹਿ ਕੇ ਵੀ ਗੁਰੂ ਨਾਨਕ ਸਾਹਿਬ ਮੰਗਲ ਹੀ ਲਾਉਂਦੇ ਰਹੇ। ਆਪਾਂ ਅਕਸਰ ਜਦੋਂ ਬਾਬੇ ਨਾਨਕ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਤੇ ਇਤਿਹਾਸਕਾਰਾਂ ਨੇ ਜਦੋਂ ਜ਼ਿਕਰ ਕੀਤਾ ਰਬਾਬ ਵੱਜਣ ਦਾ, ਰਬਾਬ ਵੱਜਦੀ ਸਾਰੀ ਦੀ ਸਾਰੀ ਆਸ-ਪਾਸ ਦੀ ਲੋਕਾਈ ਟਿਕ ਜਾਂਦੀ ਹੈ। ਚਾਹੇ ਜਾਨਵਰ ਨੇ, ਚਾਹੇ ਪਸ਼ੂ ਨੇ, ਤੇ ਭਾਵੇਂ ਪੰਛੀ ਨੇ, ਹਰ ਇੱਕ ਉਦੋਂ ਫਿਰ ਰਬਾਬ ਦੀ ਧੁਨ ਦਾ ਜੋ ਆਨੰਦ ਹੈ ਨਾ, ਹਰ ਜੀਵ ਮਾਣਦਾ। ਜਿਨ੍ਹਾਂ ਨੂੰ ਬਾਬੇ ਨਾਨਕ ਨੇ ਉਪਦੇਸ਼ ਦੇਣਾ, ਉਹ ਤੇ ਕੋਲੇ ਬੈਠੇ ਆਨੰਦ ਮਾਣਦੇ ਹੀ ਮਾਣਦੇ ਨੇ। ਉਹ ਤੇ ਕੋਲੇ ਬੈਠੇ ਬਾਬੇ ਨਾਨਕ ਦੀ ਰਸਨਾ ਤੋਂ ਰਸ ਭਿੰਨੀ ਆਵਾਜ਼ ਬਾਣੀ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਸੁਣਦੇ। ਭਾਈ ਮਰਦਾਨਾ ਜੀ ਦੇ ਹੱਥਾਂ ਨਾਲ ਵੱਜਦੀ ਰਬਾਬ ਦੀ ਧੁਨ ਬੜੀ ਕੰਨਾਂ ਨੂੰ ਮਿੱਠੀ ਲੱਗਦੀ, ਬੜੀ ਜ਼ਿਆਦਾ ਸਵਾਦਲੀ ਲੱਗਦੀ, ਤੇ ਜਿਹੜਾ ਵੀ ਜੀਵ ਸੁਣਦਾ ਉਹ ਟਿਕ ਜਾਂਦਾ ਹੈ। ਤੇ ਅਕਸਰ ਆਪਾਂ ਇਹ ਲਫ਼ਜ਼ ਵਰਤਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਤੇ ਜੰਗਲਾਂ ਵਿੱਚ ਵੀ ਮੰਗਲ ਲਾਏ। ਇਹ ਨਾਮ ਦੀ ਉਹੀ ਬਾਤ ਹੈ ਨਾ, ਵਡਿਆਈ ਤੇ ਨਾਮ ਦੀ ਹੈ। ਤੇ ਸਤਿਗੁਰੂ ਆਖਦੇ ਕਹਿੰਦੇ, ਜਿਨ੍ਹਾਂ ਨੂੰ ਰੱਬ ਜੀ ਤੁਹਾਡੇ ਨਾਮ ਦੀ ਵਡਿਆਈ ਮਿਲ ਜੇ ਨਾ, ਉਹ ਤੇ ਦਿਨ ਰਾਤ ਤੁਹਾਡੇ ਵਿੱਚ ਰੱਤੇ ਹੀ ਰਹਿੰਦੇ ਨੇ। ਉਹ ਤੇ ਦਿਨ ਰਾਤ ਆਪ ਜੀ ਦੇ ਵਿੱਚ ਜੁੜੇ ਰਹਿੰਦੇ, ਆਪ ਜੀ ਵਿੱਚ ਲੀਨ ਰਹਿੰਦੇ। ਗੁਰੂ ਅਮਰਦਾਸ ਸਾਹਿਬ ਅੱਜ ਕਹਿੰਦੇ, ਰੱਬ ਦੇ ਨਾਮ ਤੋਂ ਬਿਨਾ ਦੂਜਾ ਟਿਕਾਣਾ ਵੀ ਕੋਈ ਨਹੀਂ, ਸਹਾਰਾ ਵੀ ਕੋਈ ਨਹੀਂ, ਜਿੱਥੋਂ ਜਾ ਕੇ ਜੀਵ ਨੂੰ ਸੁੱਖ ਮਿਲ ਜਾਏ। ਤੇ ਜਿਹਦੇ ਕੋਲ ਨਾਮ ਦਾ ਆਸਰਾ ਨਹੀਂ ਨਾ, ਫਿਰ ਉਹ ਦੁਨੀਆ ਤੇ ਆਉਂਦਾ ਜਾਂਦਾ ਤੇ ਉਹਦੇ ਕੋਲ ਸਿਵਾਏ ਪਛਤਾਵੇ ਤੋਂ ਹੋਰ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ। ਚਿੰਤਾ ਤਾਵਤ ਰਹਿ ਗਏ, ਤਾਂ ਮਨ ਭਇਆ ਆਨੰਦ। ਗੁਰ ਪ੍ਰਸਾਦੀ ਬੁਝੀਐ, ਸਾ ਧਨ ਸੁਧੀ ਨਚਿੰਦ। ਸਤਿਗੁਰੂ ਅਮਰਦਾਸ ਜੀ ਨੇ ਅਗਲੇ ਸ਼ਲੋਕ ਵਿੱਚ ਜ਼ਿਕਰ ਕੀਤਾ ਕਿ ਸਾਡੇ ਮਨ ਨੂੰ ਆਨੰਦ ਮਿਲੇ ਕਿਵੇਂ, ਕਿਵੇਂ ਮਨ ਆਨੰਦਿਤ ਹੋਵੇ। ਕਿਉਂਕਿ ਜਿਹੜੀ ਪਰਿਭਾਸ਼ਾ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਰਸਨਾ ਤੋਂ ਆਨੰਦ ਦੀ ਦਿੱਤੀ ਹੈ ਨਾ, ਉਹ ਬੜਾ ਸੁਖਾਲਾ ਜਿਹਾ ਤਰੀਕਾ ਸਤਿਗੁਰੂ ਜੀ ਨੇ ਦੱਸਿਆ।
ਮਾਲਕ ਜੀ ਕਹਿੰਦੇ ਚਿੰਤਾ ਧਾਵਤ ਰਹਿ ਗਏ। ਜਿਹੜੇ ਚਿੰਤਾ ਕਰਕੇ ਭਟਕਦੇ ਫਿਰਦੇ ਸਨ, ਚਿੰਤਾ ਕਰਕੇ ਦੌੜ ਰਹੇ ਸਨ, ਜਦੋਂ ਉਹ ਚਿੰਤਾ ਕਰਕੇ ਦੌੜਦੇ ਹੋਏ ਰਹਿ ਗਏ, ਟਿਕ ਗਏ, ਉਹਨਾਂ ਚਿੰਤਾ ਜਦੋਂ ਛੱਡਤੀ ਤਾਂ ਮਨ ਭਇਆ ਆਨੰਦ। ਬਸ ਉਦੋਂ ਹੀ ਆਨੰਦ ਬਣਨਾ। ਚਿੰਤਾ ਨੂੰ ਛੱਡ ਕੇ ਜਦੋਂ ਅਚਿੰਤ ਜੀਵ ਹੋ ਗਿਆ, ਉਹਨੇ ਭਟਕਦੇ ਹਿਰਦੇ ਨੂੰ ਟਿਕਾ ਲਿਆ, ਜਾਂ ਇਉਂ ਕਹਿ ਲੋ ਜਦੋਂ ਉਹਨੇ ਮਨ ਨੂੰ ਇਹ ਸਮਝਾਤਾ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਜਦੋਂ ਮਨ ਇਹ ਗੱਲ ਸਮਝ ਗਿਆ ਤਾਂ ਮਨ ਭਇਆ ਆਨੰਦ। ਜੇ ਅੱਜ ਮਨਾਂ ਕੋਲ ਸਾਡਿਆਂ ਕੋਲ ਆਨੰਦ ਨਹੀਂ, ਮਨਾਂ ਕੋਲ ਭਟਕਣਾ ਹੈ, ਤੇ ਉਹ ਕਾਰਨ ਕੀ ਹੈ? ਚਿੰਤਾ ਬਹੁਤ ਸਾਡੇ ਮਨਾਂ ਨੂੰ। ਅੱਜ ਇੱਕ ਨਿੱਕਾ ਬਾਲਕ 2-4 ਸਾਲਾਂ ਦਾ ਜਿਹੜਾ ਜ਼ੁਬਾਨ ਕਰਕੇ ਨੇ ਬੋਲਣਾ ਸਿੱਖ ਰਿਹਾ, ਸਕੂਲ ਚ ਅਜੇ ਪਹਿਲੀ ਕਲਾਸ ਵਿੱਚ ਵੀ ਗਿਆ ਨਹੀਂ, ਅਜੇ ਇਹ ਨਹੀਂ ਪਤਾ ਲਿਖਣਾ ਕਿਸ ਪਾਸੇ ਨੂੰ ਹੈ, ਉਹ ਵੀ ਕਹਿੰਦਾ ਮੈਨੂੰ ਚਿੰਤਾ ਬਹੁਤ ਹੈ। ਤੇ ਜਿਹੜਾ ਬੈਠਾ ਹੀ ਚਿੰਤਾ ਚ ਹੈ, ਉਹ ਆਨੰਦ ਕਿੱਥੋਂ ਲੈ ਸਕਦਾ? ਜੇ ਇਹਨੂੰ ਪਰਖਣਾ ਹੋਵੇ ਨਾ, ਅਨੁਭਵ ਕਰਨਾ ਹੋਵੇ, ਤੇ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਦੇ ਜੀਵਨ ਵਿੱਚੋਂ ਅਨੁਭਵ ਕਰਕੇ ਵੇਖੋ। ਜਿੰਨਾ ਮਰਜ਼ੀ ਸੁੱਖਾਂ ਭਰਿਆ ਮਾਹੌਲ ਬਣਿਆ ਹੋਵੇ ਆਸ-ਪਾਸ, ਜੇ ਮਨ ਨੂੰ ਚਿੰਤਾ ਨਾ, ਅਸੀਂ ਕਹਿੰਨੇ ਸਾਰਾ ਕੁਝ ਹੀ ਸਪਾਇਲ ਹੋ ਗਿਆ, ਖਤਮ ਹੋ ਗਿਆ ਸਾਰਾ ਕੁਝ ਹੀ, ਸਾਨੂੰ ਤੇ ਸੁੱਖ ਮਿਲਿਆ ਹੀ ਨਹੀਂ। ਹਾਲਾਂਕਿ ਮਨੁੱਖ ਨੇ ਇੰਜੋਏ ਕਰਨ ਵਾਸਤੇ, ਉਹਦਾ ਆਨੰਦ ਮਾਣਨ ਵਾਸਤੇ ਬੜੇ ਤਰ੍ਹਾਂ ਦੇ ਪ੍ਰਬੰਧ ਕੀਤੇ ਕਿ ਅੱਜ ਖੁਸ਼ੀ ਹੈ, ਪ੍ਰਸੰਨਤਾ ਹੈ। ਜੇ ਕਿਤੇ ਕਿਸੇ ਕਾਰਨ ਕਰਕੇ ਮਨ ਨੂੰ ਰਤਾ ਮਾਤਰ ਚਿੰਤਾ ਪਣਪ ਜਾਏ, ਰਤਾ ਮਾਤਰ ਕਿਤੇ ਚਿੰਤਾ ਮਨ ਨੂੰ ਆ ਜਾਏ ਨਾ, ਉਹ ਸਾਰਾ ਕੁਝ ਹੀ ਖਰਾਬ ਹੋ ਜਾਂਦਾ। ਫਿਰ 36 ਪ੍ਰਕਾਰ ਦੇ ਬਣਾਏ ਭੋਜਨ ਵੀ ਚੰਗੇ ਨਹੀਂ ਲੱਗਦੇ। ਉਹ ਜਿੰਨਾ ਅਰੇਂਜਮੈਂਟ ਕੀਤਾ, ਜਿੰਨਾ ਪ੍ਰਬੰਧ ਕੀਤਾ, ਉਹ ਸਾਰਾ ਕੁਝ ਫਿੱਕਾ ਲੱਗਦਾ, ਕਿਉਂਕਿ ਮਨ ਨੂੰ ਚਿੰਤਾ। ਤੇ ਜਦੋਂ ਕੁਝ ਵੀ ਪ੍ਰਬੰਧ ਨਾ ਹੋਵੇ ਤੇ ਮਨ ਨੂੰ ਹੋਵੇ ਪ੍ਰਸੰਨਤਾ, ਮਨ ਹੋਵੇ ਖੁਸ਼, ਉਦੋਂ ਕੱਲਾ ਹੀ ਹੱਸੀ ਜਾਂਦਾ, ਉਦੋਂ ਕੱਲਾ ਹੀ ਖੁਸ਼ ਹੋਈ ਜਾਂਦਾ। ਸਿਰਫ ਕਾਰਨ ਤੇ ਇਹ ਹੀ ਹੈ ਨਾ ਵੀ ਮਨ ਖੁਸ਼ ਹੈ, ਮਨ ਪ੍ਰਸੰਨ ਹੈ। ਮਨ ਪ੍ਰਸੰਨ ਹੈ, ਹਾਲਾਤ ਜੈਸੇ ਮਰਜ਼ੀ ਹੋਣ, ਜੀਵ ਆਨੰਦ ਵਿੱਚ ਬੈਠਾ। ਮਨ ਪ੍ਰਸੰਨ ਨਹੀਂ, ਹਾਲਾਤ ਜੈਸੇ ਮਰਜ਼ੀ ਹੋਣ, ਜੀਵ ਚਿੰਤਾ ਵਿੱਚ ਹੋਇਆ ਤੇ ਦੁਖੀ ਹੋਏਗਾ, ਆਨੰਦਿਤ ਨਹੀਂ ਹੋ ਸਕਦਾ। ਫਿਰ ਸੁੱਖਾਂ ਭਰੇ ਮਾਹੌਲ ਵਿੱਚ ਵੀ, ਪ੍ਰਸੰਨਤਾ ਭਰੇ ਮਾਹੌਲ ਵਿੱਚ ਵੀ ਚਿੰਤਾ ਵਿੱਚ ਬੈਠਾ, ਦੁਖੀ ਹੋਇਆ ਬੈਠਾ ਮਨ, ਕਿਉਂਕਿ ਪ੍ਰਸੰਨਤਾ ਵਿੱਚ ਨਹੀਂ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਕੋਸ਼ਿਸ਼ ਕਰ ਭਾਈ, ਜਿਹੜਾ ਦੌੜਦਾ ਹੋਇਆ ਮਨ ਹੈ ਨਾ, ਇਹਨੂੰ ਟਿਕਾਉਣਾ ਸਿੱਖ ਲਾ। ਜਿੱਦਣ ਇਹ ਟਿਕ ਗਿਆ ਨਾ, ਤਾਂ ਮਨ ਭਇਆ ਆਨੰਦ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਦਣ ਤੇਰੇ ਮਨ ਦੇ ਵਿੱਚ ਆਨੰਦ ਹੀ ਆਨੰਦ ਹੋਏਗਾ। ਹੁਣ ਵੇਖੋ, ਜਦੋਂ ਸਤਿਗੁਰੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਜ਼ਿਕਰ ਕੀਤਾ ਤੇ ਮਾਲਕ ਨੇ ਪਹਿਲੀ ਪੌੜੀ 'ਚ ਆਖਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ। ਤੇ ਗੁਰੂ ਪਾਉਣਾ ਕਿੰਨੇ ਹੈ? ਸਰੀਰ ਨੇ ਥੋੜੀ ਪਾਉਣਾ, ਗੁਰੂ ਤੇ ਮਨ ਨਹੀਂ ਪਾਉਣਾ ਨਾ। ਜੇ ਮਨ ਕਰਕੇ ਹੀ ਗੁਰੂ ਨੂੰ ਮੰਨਣ ਨੂੰ ਤਿਆਰ ਨਹੀਂ, ਤੇ ਸਰੀਰ ਨਾਲ ਮੰਨ ਕੇ ਵੀ ਕੀ ਕਰਾਂਗੇ? ਸਰੀਰ ਨਾਲ ਤੇ ਮੰਨਣ ਵਾਲੇ ਬਹੁਤ ਹੈ, ਸਰੀਰ ਕਰਕੇ ਤੇ ਝੁਕਣ ਵਾਲੇ ਵੀ ਬੜੇ। ਪਰ ਕੀ ਇਤਿਹਾਸ ਦਾ ਇੱਕ ਵੀ ਪੰਨਾ ਫਰੋਲ ਕੇ ਵੇਖੋ ਕਿ ਇਤਿਹਾਸ ਦਾ ਪੰਨਾ ਗਵਾਹੀ ਭਰਦਾ ਕਿ ਆ ਕੇ ਸਰੀਰ ਝੁਕਾਇਆ ਹੋਵੇ ਤੇ ਗੁਰੂ ਸਾਹਿਬ ਨੇ ਪ੍ਰਵਾਨਗੀ ਦੇਤੀ ਹੋਵੇ। ਜਿਹਨੂੰ ਪ੍ਰਵਾਨਗੀ ਮਿਲੀ ਉਹਨੂੰ ਕਦੋਂ ਮਿਲੀ? ਜਦੋਂ ਅਗਲਾ ਮਨ ਕਰਕੇ ਝੁਕਿਆ, ਜਦੋਂ ਮਨ ਕਰਕੇ ਨਿਭਿਆ। ਜਿੱਦਣ ਮਨ ਕਰਕੇ ਨਿਭ ਗਿਆ, ਮਨ ਨੂੰ ਗੁਰੂ ਮਿਲ ਗਿਆ। ਜਿੱਦਣ ਮਨ ਨੂੰ ਗੁਰੂ ਮਿਲ ਗਿਆ, ਉਦਣ ਆਨੰਦ ਹੀ ਆਨੰਦ ਹੈ, ਉਦੋਂ ਬਿਨਾ ਆਨੰਦ ਨਹੀਂ ਹੈ।
ਉਦੋਂ ਬਿਨਾ ਸਬਰ ਵੀ ਨਹੀਂ ਹੈ, ਉਦੋਂ ਬਿਨਾ ਟਿਕਾਣਾ ਵੀ ਨਹੀਂ ਹੈ, ਉਦੋਂ ਬਿਨਾ ਕਿਸੇ ਪ੍ਰਕਾਰ ਦੀ ਪ੍ਰਸੰਨਤਾ ਵੀ ਨਹੀਂ। ਤੇ ਧੰਨ ਗੁਰੂ ਅਮਰਦਾਸ ਕਹਿੰਦੇ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਤੇ ਵਧਾਈਆਂ ਕਦੋਂ ਵੱਜਦੀਆਂ? ਜਦੋਂ ਖੁਸ਼ੀ ਦਾ ਮੌਕਾ ਹੋਵੇ। ਵਧਾਈਆਂ ਤੇ ਉਦੋਂ ਹੀ ਮਿਲਦੀਆਂ ਨਾ ਜਦੋਂ ਖੁਸ਼ੀ ਦਾ ਮੌਕਾ ਹੋਵੇ, ਖੁਸ਼ੀ ਦਾ ਵੇਲਾ ਹੋਵੇ। ਤੇ ਕੀ ਉਦੋਂ ਕਦੇ ਕਿਸੇ ਨੇ ਆ ਕੇ ਵਧਾਈਆਂ ਦਿੱਤੀਆਂ? ਘਰ ਵਿੱਚ ਮਾਤਮ ਛਾਇਆ ਹੋਵੇ, ਘਰ ਵਿੱਚ ਸੋਗ ਹੋਵੇ ਤੇ ਕੋਈ ਆ ਕੇ ਸਾਨੂੰ ਵਧਾਈ ਦੇਣ ਲੱਗ ਜੇ? ਹੋਇਆ ਕਦੇ ਐਸਾ? ਵਧਾਈ ਤੇ ਉਦੋਂ ਹੀ ਦਿੱਤੀ ਜਾਂਦੀ ਨਾ ਜਦੋਂ ਘਰ ਵਿੱਚ ਪ੍ਰਸੰਨਤਾ ਦਾ ਵੇਲਾ ਹੋਵੇ, ਖੁਸ਼ੀ ਦਾ ਮੌਕਾ ਹੋਵੇ। ਉਦੋਂ ਆਸ ਪੜੋਸ ਕੀ, ਰਿਸ਼ਤੇਦਾਰ, ਸਾਕ ਸੰਬੰਧੀ ਔਰ ਆਸ-ਪਾਸ ਦੇ ਰਹਿਣ ਵਾਲੇ ਲੋਕ ਵੀ ਇਕੱਠੇ ਹੋ ਕੇ ਘਰਾਂ ਵਿੱਚ ਆ ਕੇ ਵਧਾਈ ਦਿੰਦੇ। ਤੇ ਜੇ ਰਾਹ 'ਚ ਤੁਰੇ ਜਾਂਦੇ ਕਿਸੇ ਇਨਸਾਨ ਨੂੰ ਪਤਾ ਲੱਗ ਜਾਏ ਨਾ, ਉਹ ਤੁਰਿਆ ਜਾਂਦਾ ਹੀ ਵਧਾਈ ਦੇਣ ਲੱਗ ਜਾਂਦਾ ਵੀ ਤੁਹਾਨੂੰ ਖੁਸ਼ੀ ਦਾ ਮੌਕਾ ਮਿਲਿਆ ਹੈ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਮਨ 'ਚ ਇੰਨੀ ਖੁਸ਼ੀ ਬਣੀ ਕਿ ਇਹਨੂੰ ਹੁਣ ਹਰ ਕੋਈ ਵਧਾਈਆਂ ਹੀ ਦੇਈ ਜਾਂਦਾ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਫਿਰ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ। ਕਹੈ ਨਾਨਕ ਇਹ ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ। ਆ ਗੁਰੂ ਕੋਲੋਂ ਮਿਲਿਆ ਆਨੰਦ। ਅਸੀਂ ਤੇ ਮਨ 'ਚ ਪਤਾ ਹੀ ਨਹੀਂ ਕਿੰਨੇ ਕੁ ਝਮੇਲੇ ਚੁੱਕੀ ਫਿਰਦੇ ਆ ਤੇ ਅੰਦਰੋਂ ਮੋਹ ਕਿੱਥੋਂ ਟੁੱਟੇਗਾ? ਤੇ ਜਿੰਨਾ ਚਿਰ ਅੰਦਰੋਂ ਮੋਹ ਨਹੀਂ ਟੁੱਟਦਾ ਉਹਨਾਂ ਚਿਰ ਸ਼ਬਦ ਸਾਨੂੰ ਸਵਾਰੇਗਾ ਕਿਵੇਂ? ਜਿੱਦਣ ਅੰਦਰੋਂ ਜਿਨ ਕਾ ਮੋਹ ਟੁੱਟਾ ਸ਼ਬਦ ਸੱਚੈ ਸਵਾਰਿਆ। ਸ਼ਬਦ ਵੀ ਉਦਣ ਸਵਾਰਦਾ ਜਿੱਦਣ ਅਸੀਂ ਮੋਹ ਤੋੜ ਲੈਨੇ ਆ। ਸੰਸਾਰਕ ਮੋਹ ਛੱਡਾਂਗੇ ਤੇ ਸ਼ਬਦ ਵਸਾਵਾਂਗੇ। ਸ਼ਬਦ ਹਿਰਦੇ 'ਚ ਵਸੇਗਾ ਤੇ ਸ਼ਬਦ ਸਵਾਰੇਗਾ। ਤੇ ਜਿਨ੍ਹਾਂ ਨੇ ਵੇਖੋ ਨਾ ਗੁਰੂ ਨਾਨਕ ਸਾਹਿਬ ਨੂੰ ਜਦੋਂ ਪੜੋਗੇ ਤੇ ਬਾਪੂ ਨਾਨਕ ਦੇਵ ਜੀ ਨੇ ਜਪਜੀ ਦੀ ਅਖੀਰੀ ਪੌੜੀ 'ਚ ਆ ਕੇ ਕੀ ਆਖਿਆ ਸੀ? ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਪਹਿਲੋਂ ਸਮਰਪਿਤ ਤੇ ਕਰੀਏ ਆਪਣਾ ਆਪਾ। ਜਿੰਨਾ ਚਿਰ ਅਸੀਂ ਆਪਣਾ ਆਪਾ ਸਮਰਪਿਤ ਕਰਦੇ ਹੀ ਨਹੀਂ ਉਹਨਾਂ ਚਿਰ ਰੰਗਤ ਕਿੱਥੋਂ ਚੜੇਗੀ? ਤੇ ਜਿੰਨਾ ਚਿਰ ਆਪਾਂ ਸਮਰਪਿਤ ਕੀਤਾ ਨਹੀਂ ਰੰਗ ਚੜਨਾ ਕੋਈ ਨਹੀਂ। ਰੰਗ ਨਾ ਚੜਿਆ ਆਨੰਦ ਮਿਲਣਾ ਕੋਈ ਨਹੀਂ। ਆਨੰਦ ਮਿਲੇਗਾ ਹੀ ਉਦਣ ਜਿੱਦਣ ਦੌੜਦੇ ਮਨ ਨੂੰ ਟਿਕਾ ਕੇ ਤੇ ਗੁਰੂ ਅੱਗੇ ਅਰਪਣ ਕਰ ਦਾਂਗੇ ਵੀ ਲੈ ਸਤਿਗੁਰਾ ਆ ਮਨ ਸਵਾਰ ਦੇ। ਇਹ ਮਨ ਬੜਾ ਗੰਦਾ ਹੋ ਚੁੱਕਾ। ਸਾਹਿਬ ਜੀ ਅੱਜ ਆਖਦੇ ਕਹਿੰਦੇ ਚਿੰਤਾ ਧਾਵਤ ਰਹਿ ਗਏ। ਚਿੰਤਾ ਵਿੱਚ ਦੌੜਦਾ ਹੋਇਆ ਮਨ ਜਿੱਦਣ ਰਹਿ ਗਿਆ ਤਾਂ ਮਨ ਭਇਆ ਆਨੰਦ। ਉਦਣ ਮਨ ਵਿੱਚ ਆਨੰਦ ਹੀ ਆਨੰਦ ਬਣ ਗਿਆ। ਪਰ ਇਹ ਬਣਿਆ ਕਦੋਂ? ਫਿਰ ਦੱਸਿਆ ਗੁਰ ਪ੍ਰਸਾਦੀ ਬੁੱਝੀ ਹੈ। ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਜਾਣੀਦਾ। ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝੀਦਾ। ਤੇ ਜਿਹੜੀ ਜੀਵ ਇਸਤਰੀ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝ ਲੈਂਦੀ ਹੈ ਸਾ ਧਨ ਸੁਤੀ ਨਚਿੰਦ। ਫਿਰ ਉਹ ਚਿੰਤਾ ਤੋਂ ਰਹਿਤ ਹੋ ਕੇ ਸੌਂਦੀ ਆਨੰਦਮਈ ਜੀਵਨ ਆਪਣਾ ਗੁਜ਼ਾਰਦੀ। ਇੱਕ ਸੰਸਾਰਕ ਨਿੱਕੀ ਜੀ ਉਦਾਹਰਣ ਰੱਖਦਾ ਚੱਲਾਂ। ਘਰਾਂ ਵਿੱਚ ਮਾਤਾਵਾਂ ਧੀਆਂ ਭੈਣਾਂ ਘਰ ਦੀ ਸਾਫ਼ ਸਫਾਈ ਕਰਕੇ ਕਾਰ ਵਿਹਾਰ ਕਰਕੇ ਸਾਰਾ ਕੁਝ ਸੰਭਾਲ ਕੇ 2 ਘੜੀ ਆਰਾਮ ਨਾਲ ਪੈ ਲੈਂਦੀਆਂ। ਪਰ ਜੇ ਘਰ 'ਚ ਖਲਾਰਾ ਖਿਲ ਰਿਹਾ ਹੋਵੇ
ਤੇ ਫਿਰ ਉਹ ਆਰਾਮ ਨਾਲ ਪੈ ਨਹੀਂ ਸਕਦੀਆਂ। ਕਿਉਂ? ਇੱਕ ਚਿੰਤਾ ਹੈ ਵੀ ਜੇ ਕੋਈ ਆ ਗਿਆ ਤੇ ਘਰ ਦਾ ਖਲਾਰਾ ਵੇਖ ਕੇ ਕੀ ਆਖੇਗਾ। ਉਹ ਸਾਰਾ ਸਮਾਨ ਖਿਲਰਿਆ ਪਿਆ, ਸਾਰਾ ਕੁਝ ਬਿਖਰਿਆ ਪਿਆ। ਜੇ ਕੋਈ ਘਰ 'ਚ ਪ੍ਰਾਹੁਣਾ ਆ ਗਿਆ ਜਾਂ ਕੋਈ ਹੋਰ ਮਨੁੱਖ ਆ ਗਿਆ ਤੇ ਉਹ ਆ ਕੇ ਸਾਡੇ ਘਰ ਦਾ ਖਲਾਰਾ ਵੇਖ ਕੇ ਕੀ ਆਖੇਗਾ ਵੀ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਘਰ ਸੰਭੀਦਾ ਕਿਵੇਂ। ਤੇ ਜਦੋਂ ਉਹ ਸਾਰਾ ਪਸਾਰਾ ਸਮੇਟ ਲੈਂਦੀ ਹੈ, ਖਲਾਰੇ ਨੂੰ ਸੰਭਾਲ ਲਿਆ, ਸਾਫ਼ ਸਫਾਈ ਕਰ ਲਈ, ਜਿਹੜੀ ਵਸਤੂ ਜਿਸ ਜਗ੍ਹਾ ਤੇ ਰੱਖਣ ਵਾਲੀ ਸੀ ਉਹਨੂੰ ਰੱਖਤਾ, ਘਰ ਨੂੰ ਚੰਗਾ ਸਾਫ਼ ਸੁਥਰਾ ਕਰ ਲਿਆ, ਹੁਣ ਉਹ ਬੇਖੌਫ ਹੋ ਕੇ ਲੇਟ ਜਾਂਦੀ। ਭਾਵੇਂ ਕੋਈ ਆ ਜੇ, ਇਹ ਚਿੰਤਾ ਨਹੀਂ ਵੀ ਸਾਡੇ ਘਰ ਨੂੰ ਵੇਖ ਕੇ ਅਗਲਾ ਕੁਝ ਮਾੜਾ ਸੋਚੇਗਾ। ਕਿਉਂ? ਕਿਉਂਕਿ ਸਾਫ਼ ਤੇ ਸੁਥਰਾ ਹੈ। ਮਾਲਕ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਦੇ ਦੌੜਦੇ ਮਨ ਟਿਕੇ ਨਹੀਂ ਨਾ, ਉਹ ਸੌ ਨਹੀਂ ਸਕਦੀਆਂ ਆਨੰਦਮਈ ਜੀਵਨ ਆਪਣਾ। ਸੌਣ ਤੋਂ ਭਾਵ ਪ੍ਰਸੰਨਤਾ ਨਾਲ ਭਰ ਜਾਣਾ, ਜਿੱਥੇ ਆ ਕੇ ਸਾਰੀਆਂ ਚਿੰਤਾਵਾਂ ਦਾ ਮੁੱਕ ਜਾਣਾ। ਤੇ ਜਿਨ੍ਹਾਂ ਨੇ ਆਪਣੇ ਦੌੜਦੇ ਮਨ ਨੂੰ ਟਿਕਾ ਲਿਆ, ਗੁਰੂ ਦੀ ਕਿਰਪਾ ਸਦਕਾ ਸਮਝ ਲਿਆ, ਸਾ ਧਨ ਸੁੱਤੀ ਨਚਿੰਦ, ਉਹ ਚਿੰਤਾ ਰਹਿਤ ਹੋ ਕੇ ਫਿਰ ਜਿਉਂਦੀ। ਚਿੰਤਾ ਤੇ ਤਾਂ ਹੀ ਹੈ ਨਾ ਕਿਉਂਕਿ ਸਾਫ਼ ਤੇ ਸਫਾਈ ਨਹੀਂ। ਜਿੱਥੇ ਸਾਫ਼ ਤੇ ਸਫਾਈ ਹੈ ਉੱਥੇ ਚਿੰਤਾ ਨਹੀਂ। ਉਸ ਘਰ 'ਚ ਉਹ ਮਾਂ ਨੂੰ, ਉਹ ਧੀ ਨੂੰ, ਉਹ ਭੈਣ ਨੂੰ ਚਿੰਤਾ ਨਹੀਂ, ਕਿਉਂਕਿ ਘਰ ਸਾਫ਼ ਤੇ ਸੁਥਰਾ ਹੈ। ਤੇ ਜਿਨ੍ਹਾਂ ਦਾ ਮਨ ਸਾਫ਼ ਤੇ ਸੁਥਰਾ ਦੌੜਦਾ ਟਿਕ ਗਿਆ, ਉਹਨਾਂ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ। ਤੇ ਜਦੋਂ ਆਪਣੇ ਮਨਾਂ ਵੱਲ ਝਾਤ ਮਾਰ ਕੇ ਵੇਖਾਂਗੇ, ਮਨ ਜਦੋਂ ਗੰਦਗੀ ਨਾਲ ਭਰਿਆ ਤੇ ਇੱਕ ਚਿੰਤਾ ਹੈ, ਮਨ ਨੂੰ ਸਬਰ ਹੀ ਨਹੀਂ ਹੈ, ਕਿੱਥੋਂ ਟਿਕੇਗਾ ਮਨ? ਜਿੰਨਾ ਚਿਰ ਮਨ ਗੰਦਗੀ ਨਾਲ ਭਰਿਆ, ਗੰਦੇ ਗੰਦੇ ਵਿਚਾਰਾਂ ਨਾਲ ਭਰਿਆ, ਕੀ ਮਨ ਨੂੰ ਆਨੰਦ ਮਿਲ ਸਕਦਾ? ਗੰਦਲੀ ਤੋਂ ਗੰਦਲੀ ਵਿਚਾਰ ਜਦੋਂ ਮਨ 'ਚ ਉਪਜੇਗੀ, ਗੰਦੀ ਤੋਂ ਗੰਦੀ ਵਿਚਾਰ ਜਦੋਂ ਸੰਕਲਪ ਹੋਏਗਾ ਮਨ ਦੇ ਅੰਦਰ ਵਿਚਾਰ ਦਾ, ਤੇ ਦੱਸੋ ਮਨ ਕਿਵੇਂ ਟਿਕੇਗਾ? ਮਨ ਤੇ ਉਦਣ ਹੀ ਟਿਕੇਗਾ ਜਦੋਂ ਸੰਕਲਪ ਔਰ ਵਿਕਲਪ ਮੁੱਕ ਜਾਣਗੇ, ਵਿਚਾਰਾਂ ਉਪਜਣੀਆਂ ਬੰਦ ਹੋ ਜਾਣਗੀਆਂ, ਮਨ ਉਦਣ ਟਿਕੇਗਾ। ਤੇ ਜਦੋਂ ਵਿਚਾਰਾਂ ਉਪਜਣੀਆਂ ਬੰਦ ਹੋ ਗਈਆਂ, ਸਾ ਧਨ ਸੁੱਤੀ ਨਚਿੰਦ, ਮਾਲਕ ਕਹਿੰਦੇ ਉਹ ਨਚਿੰਦ ਹੋ ਕੇ ਫਿਰ ਜੀਵ ਇਸਤਰੀ ਆਪਣਾ ਜੀਵਨ ਜਿਉਂਦੀ, ਚਿੰਤਾ ਤੋਂ ਰਹਿਤ, ਬੇਫਿਕਰ ਹੋ ਕੇ। ਫਿਰ ਪਰ ਇਹ ਸਮਝ ਉਦੋਂ ਲੱਗਦੀ ਜਦੋਂ ਗੁਰੂ ਦੀ ਕਿਰਪਾ ਦੀ ਪਾਤਰ ਜੀਵ ਇਸਤਰੀ ਬਣ ਜਾਂਦੀ ਹੈ। ਜਿਨ ਕੋ ਪੂਰਬ ਲਿਖਿਆ ਤਿਨਹਾ ਭੇਟਿਆ ਗੁਰ ਗੋਵਿੰਦ, ਨਾਨਕ ਸਹਜੇ ਮਿਲ ਰਹੇ, ਹਰ ਪਾਇਆ ਪਰਮਾਨੰਦ। ਸੁੱਖ ਮਿਲਣਾ ਹੈ, ਆਨੰਦ ਮਿਲਣਾ, ਤੇ ਉਹ ਮਿਲਣਾ ਗੁਰੂ ਕੇ ਮਿਲਾਪ ਤੋਂ। ਗੁਰੂ ਅਮਰਦਾਸ ਕਹਿੰਦੇ ਗੁਰੂ ਐਵੇਂ ਨਹੀਂ ਮਿਲ ਜਾਂਦੇ, ਗੁਰੂ ਦਾ ਮਿਲਾਪ ਵੀ ਪੂਰਬਲੇ ਕਰਮ ਕਿਤੇ ਚੰਗੇ ਹੋਣ ਫਿਰ ਜਾ ਕੇ ਹੁੰਦਾ। ਸਤਿਗੁਰੂ ਅਮਰਦਾਸ ਜੀ ਦਾ ਜੀਵਨ ਹੀ ਵੇਖ ਲਓ। ਜ਼ਿੰਦਗੀ 'ਚ ਆਨੰਦ ਚਾਹੁੰਦੇ ਨੇ ਪਰ 62 ਸਾਲ ਦੀ ਜ਼ਿੰਦਗੀ ਤੱਕ ਮਿਲਿਆ ਨਹੀਂ। ਜਿੱਦਣ ਜੋਗੀ ਨੇ ਝੰਜੋੜ ਕੇ ਰੱਖਤਾ, ਉਦਣ ਮਨ ਨੂੰ ਚਿੰਤਾ ਬਣ ਗਈ ਵੀ ਸੱਜਣਾ 62 ਸਾਲ ਲੰਘ ਗਏ, ਹਜੇ ਤੱਕ ਕਰਿਆ ਕੀ ਤੂੰ? ਇਹ ਤੇ ਇੱਕ ਖਿਣ ਮਾਤਰ ਸਮੇਂ 'ਚ ਆ ਜੋਗੀ ਕਹਿ ਕੇ ਤੁਰ ਗਿਆ, ਉਹ ਤੇਰਾ ਆਪਣਾ ਜਨਮ ਤੇ ਭ੍ਰਸ਼ਟ ਹੈ, ਤੂੰ ਮੇਰਾ ਵੀ ਕਰਤਾ। ਸਿਰਫ ਇੱਕ ਖਿਣ ਮਾਤਰ ਸਮੇਂ 'ਚ ਜਿਹਦੀ ਸੇਵਾ ਐਡੇ ਪ੍ਰੇਮ ਤੇ ਪਿਆਰ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਨੇ, ਬਾਬਾ ਅਮਰਦਾਸ ਜੀ ਨੇ ਕੀਤੀ, ਉਹ ਜਾਂਦਾ ਜਾਂਦਾ ਦੇ ਕੇ ਕੀ ਗਿਆ? ਇੱਕ ਝੰਜੋੜਾ, ਹਿਰਦੇ ਨੂੰ ਝੰਜੋੜ ਕੇ ਰੱਖ ਗਿਆ। ਤੇ ਸ਼ਬਦ ਐਸੇ ਵਰਤ ਕੇ ਗਿਆ, ਉਹਨਾਂ ਸ਼ਬਦਾਂ ਨੇ ਹਿਰਦੇ ਦੀ ਚਿੰਤਾ ਨੂੰ ਵਧਾਤਾ।
ਵੀ ਆਹ ਕੀ ਬਣ ਗਿਆ। ਉਹ ਐਸੀ ਚਿੰਤਾ ਬਣ ਗਈ, ਹੁਣ ਸਬਰ ਆਉਣਾ ਹੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਮਿਲ ਨਹੀਂ ਜਾਂਦੀ ਹੁਣ ਉਹ ਵਸਤੂ, ਜਿਹੜੀ ਵਸਤੂ ਦੀ ਖੋਜ ਹੈ। ਜੇ ਆਪਾਂ ਸੰਸਾਰਕ ਤੌਰ ਤੇ ਵੀ ਵੇਖੀਏ ਤੇ ਮਨ ਨੂੰ ਉਹਨਾਂ ਚਿਰ ਕਦੇ ਸਬਰ ਨਹੀਂ ਆਇਆ ਕਿ ਜਿੰਨਾ ਚਿਰ ਮਨ ਨੇ ਕੋਈ ਵਸਤੂ ਦਾ ਸੰਕਲਪ ਕੀਤਾ ਹੋਵੇ ਤੇ ਮਨ ਨੂੰ ਨਾ ਮਿਲੇ, ਮਨ ਟਿਕਦਾ ਨਹੀਂ, ਸਬਰ ਨਹੀਂ ਆਉਂਦਾ ਮਨ ਨੂੰ। ਬਾਰ-ਬਾਰ ਉਸ ਵਸਤੂ ਦੀ ਖੋਜ ਕਰਦਾ, ਬਾਰ-ਬਾਰ ਉਸ ਵਸਤੂ ਨੂੰ ਹਾਸਲ ਕਰਨ ਦੇ ਲਈ ਜ਼ੋਰ ਲਾਉਂਦਾ ਤੇ ਉਹ ਜੋਗੀ ਨੇ ਐਸਾ ਹਿਰਦਾ ਝੰਜੋੜ ਕੇ ਰੱਖਿਆ ਬਾਬੇ ਅਮਰਦਾਸ ਜੀ ਦੇ ਨੂੰ ਕਿ ਹੁਣ ਮਨ ਨੂੰ ਸਬਰ ਹੀ ਨਹੀਂ ਆਉਂਦਾ ਵੀ ਮੈਂ ਤੇ ਅਜੇ ਨਿਗੁਰਾ ਤੁਰਿਆ ਫਿਰਦਾ, 62 ਸਾਲ ਹੋ ਗਏ। ਫਿਰ ਉਹ 62 ਸਾਲ ਦੀ ਉਮਰ ਵਿੱਚ ਨਿਗੁਰਾ ਸ਼ਬਦ ਹਿਰਦੇ ਨੂੰ ਰੋਜ਼ ਝੰਜੋੜਦਾ ਹਿਰਦੇ ਨੂੰ। ਉਹ ਨਿਗੁਰਾ ਸ਼ਬਦ ਸਿਰਫ ਵੀ ਮੈਂ ਨਿਗੁਰਾ ਆ, ਮੇਰੇ ਕੋਲ ਗੁਰੂ ਨਹੀਂ। ਤੇ ਸਬਰ ਕਿੱਦਣ ਆਇਆ? ਜਿੱਦਣ ਆ ਕੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਅੰਗਦ ਸਾਹਿਬ ਨੂੰ ਗੁਰੂ ਮੰਨ ਕੇ ਤੇ ਆਪ ਸਿੱਖ ਬਣ ਕੇ ਜਿੱਦਣ ਝੁਕ ਗਏ, ਉਦਣ ਆਨੰਦ ਮਿਲਿਆ, ਉਦਣ ਮਨ ਟਿਕ ਗਿਆ, ਸਬਰ ਬੜਾ ਮਿਲਿਆ ਉਦਣ ਗੁਰੂ ਸਾਹਿਬ ਕੋਲ ਆ ਕੇ। ਉਹੀ ਭਟਕਦਾ ਹਿਰਦਾ ਸੀ, ਉਹੀ ਤੜਫਦਾ ਹੋਇਆ ਹਿਰਦਾ ਸੀ, ਸਬਰ ਤੇ ਉਦਣ ਹੀ ਮਿਲਣ ਲੱਗ ਗਿਆ ਜਿੱਦਣ ਬੀਬੀ ਅਮਰੋ ਦੀ ਰਸਨਾ ਤੋਂ ਬਚਨ ਸੁਣ ਲਏ ਕਾਇਆ ਆਰਨ ਮਨ ਵਿੱਚ ਲੋਹਾ। ਜਿੱਦਣ ਉਹ ਸੁਣ ਲਿਆ, ਉਹ ਬੜਾ ਸਕੂਨ ਮਿਲਿਆ ਮਨ ਨੂੰ ਵੀ ਆਹ ਕੀ ਬੜਾ ਇਲਾਹੀ ਪੈਗਾਮ ਹੈ। ਫਿਰ ਪੁੱਛਿਆ ਵੀ ਕਿੰਨਾ ਦੀ ਬਾਣੀ ਤੁਸੀਂ ਗਾ ਰਹੇ ਹੋ? ਧੀਏ ਦੱਸ ਹਾਂ। ਬੜਾ ਸਬਰ ਮਿਲ ਰਿਹਾ, ਇੱਕ ਵਾਰੀ ਹੋਰ ਸੁਣਾ ਦੇ, ਮਨ ਨੂੰ ਸਕੂਨ ਹੀ ਬੜਾ ਮਿਲਿਆ। ਬੱਚੀ ਦੱਸਦੀ ਵੀ ਤੁਸੀਂ ਮਿਲੇ ਹੋ ਉਹਨਾਂ ਨੂੰ। ਤੇ ਗੁਰੂ ਅਮਰਦਾਸ ਸਾਹਿਬ ਸੁਣ ਕੇ ਬਾਪੂ ਅਮਰਦਾਸ ਜੀ ਹੈਰਾਨ ਵੀ ਮੈਂ ਮਿਲਿਆ, ਮੈਨੂੰ ਤੇ ਕਦੇ ਐਸਾ ਆਨੰਦ ਮਿਲਿਆ ਹੀ ਨਹੀਂ। ਔਰ ਸੱਚਮੁੱਚ ਗੁਰੂ ਅੰਗਦ ਸਾਹਿਬ ਨੂੰ ਉਦੋਂ ਪਹਿਲੋਂ ਕਈ ਵਾਰ ਗੁਰੂ ਅਮਰਦਾਸ ਜੀ ਮਿਲ ਚੁੱਕੇ, ਪਰ ਮਿਲੇ ਸਿਰਫ ਇੱਕ ਰਿਸ਼ਤੇਦਾਰ ਦੇ ਰੂਪ ਵਿੱਚ ਸੀ, ਕਦੇ ਗੁਰੂ ਤੇ ਸਿੱਖ ਦੇ ਰੂਪ ਵਿੱਚ ਨਹੀਂ ਮਿਲੇ। ਅੱਜ ਗੁਰੂ ਤੇ ਸਿੱਖ ਵਾਲੀ ਭਾਵਨਾ ਬਣੀ, ਸਿੱਖ ਵਾਲੀ ਭਾਵਨਾ ਲੈ ਕੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਗਏ ਨੇ। ਬਸ ਦਰਸ਼ਨ ਕਰਦੇ ਹੀ ਮਨ ਸਬਰ ਤੇ ਸੰਤੋਖ ਚ, ਸਕੂਨ ਚ ਆ ਗਿਆ। ਉਦੋਂ ਪਹਿਲੋਂ ਕਿੰਨੀ ਵਾਰੀ ਮਿਲੇ ਹੋਣਗੇ। ਆਖਰਕਾਰ ਕੁੜਮ ਨੇ, ਰਿਸ਼ਤਾ ਬੜਾ ਵੱਡਾ ਹੈ, ਲੜਕੇ ਵਾਲੇ ਨੇ, ਕਿੰਨੀ ਵਾਰੀ ਗੁਰੂ ਅੰਗਦ ਸਾਹਿਬ ਨੂੰ ਮਿਲੇ ਹੋਣਗੇ। ਤੇ ਜਿੱਦਣ ਅੱਜ ਵੀ ਗਏ ਨਾ ਬੀਬੀ ਅਮਰੋ ਜੀ ਦੇ ਨਾਲ, ਤੇ ਉਦਣ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਤਖਤ ਤੋਂ ਉੱਠ ਖੜੋਤੇ ਵੀ ਗੁਰੂ ਅਮਰਦਾਸ ਸਾਹਿਬ, ਸਾਡੇ ਕੁੜਮ ਅਮਰਦਾਸ ਜੀ ਆ ਰਹੇ ਆ, ਸਾਡਾ ਸਤਿਕਾਰ ਕਰਨਾ, ਸਨਮਾਨ ਕਰਨਾ ਫਰਜ਼ ਬਣਦਾ। ਤੇ ਬਕਾਇਦਾ ਨਾਲ ਇੱਕ ਆਸਣ ਲਵਾਇਆ ਕਿ ਇੱਥੇ ਤੁਸੀਂ ਬੈਠਣਾ। ਤੇ ਧੰਨ ਗੁਰੂ ਅਮਰਦਾਸ ਨੇ ਉਦਣ ਹੱਥ ਜੋੜ ਕੇ ਕਿਹਾ ਵੀ ਅੱਜ ਮੈਂ ਕੁੜਮ ਬਣ ਕੇ ਨਹੀਂ, ਅੱਜ ਸਿੱਖ ਬਣ ਕੇ ਆਇਆ। ਅੱਜ ਆਸਣ ਤੇ ਨਹੀਂ ਬਹਿਣਾ, ਅੱਜ ਤੁਹਾਡੇ ਚਰਨਾਂ ਕੋਲ ਬੈਠਣਾ। ਤੇ ਮਾਲਕ ਜੀ ਆਖਦੇ, ਕਹਿੰਦੇ ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ। ਉਹਨਾਂ ਨੂੰ ਗੁਰੂ ਕਾ ਮੇਲ ਹੋਇਆ। ਨਾਨਕ ਸਹਿਜੇ ਮਿਲ ਰਹੇ, ਤੇ ਇਹ ਨਾਨਕ ਸਹਿਜ ਸੁਭਾਅ ਮਿਲ ਜਾਂਦੇ। ਹਰ ਪਾਇਆ ਰੱਬ ਮਿਲ ਜਾਂਦਾ, ਪਰਮਾਨੰਦ। ਫਿਰ ਹਿਰਦੇ 'ਚ ਆਨੰਦ ਹੀ ਆਨੰਦ ਬਣ ਜਾਂਦਾ। ਗੁਰੂ ਕਿਰਪਾ ਕਰਨ ਕਿਤੇ ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਪਾਤਸ਼ਾਹ ਆਪ ਆਪਣਾ ਮਿਹਰ ਭਰਿਆ ਹੱਥ ਰੱਖਣ। ਕਿਤੇ ਗੁਰੂ ਕੇ ਪਾਏ ਪੂਰਨਿਆਂ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਉਸ ਰਸਤੇ ਤੇ ਚੱਲਦਿਆਂ ਗੁਰੂ ਕੀ ਆਰਾਧਨਾ ਕਰਨੀ ਆ ਜਾਏ, ਤੇ ਗੁਰੂ ਨੂੰ ਆਰਾਧਦਿਆਂ ਅਸੀਂ ਵੀ ਆਪਣੇ ਮਨਾਂ ਕਰਕੇ ਆਨੰਦਿਤ ਹੋ ਸਕੀਏ, ਸਾਡਾ ਵੀ ਮਨ ਆਨੰਦ ਨਾਲ ਭਰ ਜਾਏ। ਗੁਰੂ ਅੱਗੇ ਰੋਜ਼ ਅਰਦਾਸ ਕਰਦੇ ਰਿਹਾ ਕਰੋ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ।
ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਿਤੇ ਸਾਨੂੰ ਭਟਕਦਿਆਂ ਨੂੰ ਵੀ ਆਪਣੇ ਦਰ ਦਾ ਸਹਾਰਾ ਆਸਰਾ ਦੇ ਦੇਣ, ਤਾਂ ਜੋ ਅਸੀਂ ਵੀ ਆਪਣੇ ਮਨੁੱਖਾ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਮਾਲਕ ਜੀ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਜਿਨ ਕੋ ਪੂਰਬ ਲਿਖਿਆ, ਤਿਨਹਾ ਭੇਟਿਆ ਗੁਰ ਗੋਬਿੰਦ। ਨਾਨਕ ਸਹਜੇ ਮਿਲ ਰਹੇ, ਹਰ ਪਾਇਆ ਪਰਮਾਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।